ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੱਥ ਲੱਗਾ ਉਹਦਾ ਹੈ ਫਰਕ ਤਾਂ ਕੋਈ ਨਹੀਂ। ਤਨਾਸਰੀ ਮਹਲਾ ਪਹਿਲਾ। ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ। ਤੂੰ ਮਲਿਆਨ ਲੋ ਪਵਨ ਚਵਰੋ ਪਰ। ਸਗਲ ਮਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਭਜਨ ਪੇ।
ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨੰਦਨ ਹੋਏ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗੋ ਹੋਏ ਜਾਤੇ ਤੇਰੇ ਨਾਮ ਵਾਸਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੈ ਛਿਟਕਾਰੇ ਨਾਮ ਤੇਰਾ ਅੰਗੁਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਇਓ ਉਜਿਆਰੋ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਪੁਰਵਾਲਾ ਪਾਰ 18 ਸਗਲ ਜੁਠਾਰੇ ਤੇਰੋ ਕੀਆ ਤੁਝੇ ਕਿਆ ਅਰਪੂ ਨਾਮ ਤੇਰਾ ਤੂ ਹੀ ਚਾਬਰ ਟੁਲਾਰੇ ਬਸ 18 ਸਠੇ ਚਾਰੇ ਖਾਣੇ ਇਹ ਬਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰਿ ਭੋਗ ਦੁਆਰ ਧੂਪ ਦੀਪ ਪੁਰਤ ਸਾਚ ਆਰਤੀ ਵਾਰ ਨ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਉਤਮ ਦਿਯਰਾ ਨਿਰਮਲ ਬਾਤੀ ਤੂ ਹੀ ਨਿਰੰਜਨ ਕਮਲਾ ਪਾਤੀ ਰਾਮਾ ਭਗਤ ਰਾਮਾਨੰਦ ਜਾਣੈ ਪੂਰਨ ਪਰਮਾਨੰਦ ਕਾਣ ਮਦ ਮੂਰਤ ਹੈ ਤਾਰ ਗੋਬਿੰਦ ਸੈਣ ਪਨ ਭਜ ਪਰਮਾਨੰਦੇ ਸੁਨ ਸੰਗਿਆ ਤੇਰੀ ਦੇਵ ਦੇਵਾ ਕਰ ਅਦ ਪਤਿਆਦ ਸਮਾਈ ਸਿਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜੋ ਪਾਈ
लाल सीता मांगू कियो, हमरा खुशी करे नित जी। पनिया साधन नीका, अनाज मंगू सत सीता। ओ पैस मंगू लावेरी, एक ताजन तुरी चंगेरी। हर की हन चंगी, धन धन्ना लेवे मंगे। गोपाल तेरा आरता, गोपाल तेरा आरता। सवैया जाते प्रसन्न नाम, देवन के तप में सुख पावे। जग कर एक बेद पब ताप है, मिल ध्यान लावे। झालर ताल मृदंग उबंग रवावली, सुर साज मिलावे। इंद्र गंधर्व गान करे, गन गच्छया पक्षर नृत्य दिखावे। शंखन की धुन ढंढन की, कर फूलन की बरखा बरखावे। आरती कोट करे सुर सुंदर एक पुरंदर के बल जावे। दानत रक्षण दैक परदक्षिण, थाल में कुंकुम अक्षत लावे। होते गुलाल देवपुरी, मिलते बन के कुल मंगल गावे। सस कर मांगे, मेरी अब बिनती सुन लीजिए, और न मांगत हो तुम ते कछ। चाहत हो चित में सोई कीजय, ससुरन सो अतहि रान पीतन। तुझ मारो तो साच पति जय, सहाय सदा जग माए कृपा कर श्याम। यह बर दीजय। पाई गए तब ते तुम्हारे, तब ते को आख तरह नहीं आन्यो। रही पुराण पुराण, अनेक कहे मत एक न मान्यो। संगत शास्त्र वेद सबे बहु भेद कहे, हम एक न जान्यो। असमान कृपा तुम्हारी कारण न कहो, सब तो हे बखाने हो। दोहरा सगल द्वार को छाड़ के आया तुम्हारो द्वार। आहि गए की लाज आस गोविंदास तुम्हार। ऐसे चंद्र प्रताप ते दिवन बड़ो प्रताप। तीन लोक जय जय करे, करे नाम सत जाप। छत्र चक्र भरती छत्र चक्र भुगते,
ਘਟ ਘਟ ਮੌਲਿਆ ਆਤਮ ਪਰਗਾਸ ਘਟ ਘਟ ਮੌਲਿਆ ਆਤਮ ਪਰਗਾਸ ਘਟ ਘਟ ਮੌਲਿਆ ਆਤਮ ਪਰਗਾਸ ਮੌਲਿ ਧਰਤੀ ਮੌਲਿਆ ਆਕਾਸ਼ ਮੌਲਿ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪਰਗਾਸ ਘਟ ਘਟ ਮੌਲਿਆ ਆਤਮ ਪਰਗਾਸ ਮੌਲਿ ਧਰਤੀ ਮੌਲਿਆ ਆਕਾਸ਼ ਮੌਲਿ ਧਰਤੀ ਮੌਲਿਆ ਆਕਾਸ਼ ਰਾਜਾ ਰਾਮ ਮੌਲਿਆ ਆਨੰਦ ਪਾਏ ਰਾਜਾ ਰਾਮ ਮੌਲਿਆ ਮੌਲਿਆ ਆਨੰਦ ਪਾਏ ਜੈ ਦੇਖੋ ਤਨ ਰਹਿਆ ਸਮਾਏ ਜਹ ਦੇਖੋ ਤਹ ਰਹਿਆ ਸਮਾਏ ਧਰਤੀ ਮੌਲਿਆ ਆਕਾਸ਼ ਮੌਲਿ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪਰਗਾਸ ਘਟ ਘਟ ਮੌਲਿਆ ਆਤਮ ਪਰਗਾਸ ਮੌਲਿ ਧਰਤੀ ਮੌਲਿਆ ਆਕਾਸ਼ ਮੌਲਿ ਧਰਤੀ ਮੌਲਿਆ ਆਕਾਸ਼ ਦੁਤੀਆ ਮੌਲੇ ਚਾਰ ਵੇਦ ਦੁਤੀਆ ਮੌਲੇ ਚਾਰ ਵੇਦ ਸਿਮਰਤ ਮਾਲੀ ਸਿਉ ਕਤੇਬ ਸਿਮਰਤ ਮਾਲੀ ਸਿਉ ਕਤੇਬ ਮੌਲਿ ਧਰਤੀ ਮੌਲਿਆ ਆਕਾਸ਼ ਮੌਲਿ ਧਰਤੀ ਮੌਲਿਆ ਆਕਾਸ਼ ਮੌਲਿ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪਰਗਾਸ ਘਟ ਘਟ ਮੌਲਿਆ ਆਤਮ ਪਰਗਾਸ ਮੌਲਿ ਧਰਤੀ ਮੌਲਿਆ ਆਕਾਸ਼ ਮੌਲਿ ਧਰਤੀ ਮੌਲਿਆ ਆਕਾਸ਼ ਸ਼ੰਕਰ ਮੌਲਿਓ ਜੋਗ ਗਿਆਨ ਸ਼ੰਕਰ ਮੌਲਿਓ ਜੋਗ ਧਿਆਨ ਸ਼ੰਕਰ ਮੌਲਿਓ ਸ਼ੰਕਰ ਮੌਲਿਓ ਜੋਗ ਧਿਆਨ
ਸ਼ੰਕਰ ਮੌਲਿਓ ਜੋਗ ਧਿਆਨ ਸ਼ੰਕਰ ਮੌਲਿਓ ਜੋਗ ਧਿਆਨ ਕਬੀਰ ਗੋਸਵਾਮੀ ਸਭ ਸਮਾਨ ਕਬੀਰ ਗੋਸਵਾਮੀ ਸਭ ਸਮਾਨ ਮੌਲੀ ਧਰਤੀ ਮੌਲਿਆ ਆਕਾਸ਼ ਮੌਲੀ ਧਰਤੀ ਮੌਲਿਆ ਆਕਾਸ਼ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਕਾਸ਼ ਘਟ ਘਟ ਮੌਲਿਆ ਆਤਮ ਪ੍ਰਕਾਸ਼ ਘਟ ਘਟ ਮੌਲਿਆ ਆਤਮ ਪ੍ਰਕਾਸ਼ ਮੌਲੀ ਧਰਤੀ ਮੌਲਿਆ ਮੌਲੀ ਧਰਤੀ ਮੌਲਿਆ ਆਕਾਸ਼ ਮੌਲੀ ਧਰਤੀ ਮੌਲਿਆ ਆਕਾਸ਼ ਮੌਲੀ ਧਰਤੀ ਮੌਲਿਆ खूब 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 तेरो नाम झूठ 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 दुनी गुमान हर का नाम त्याय कै हो रहा पाई लिखनते पाइए रुत सवाई तंत्र बन मोलिया अमृत फल पाई साधु सुख उपजै पति सब छाई नानक सिमरै एक नाम फिर बौड़ न ताई नानक सिमरै एक नाम फिर बौड़ न ताई। बसंत की वार महल पंजवा एक ओंकार सतगुर प्रसाद हर का नाम तिहाय कै हो हरिया पहाई कर्म लिखन तै पाइयै हिरुत सुहाई वन त्रिन त्रे पहुन मौलिया अमृत फल पाई मिल साधु सुख उपजै लथी सब छाई नानक सिमरै एक नाम फिर बहुड़ न तहाई नानक सिमरै एक नाम फिर बहुड़ न तहाई। काम क्रोध और लोभ मोह बिन सजाय हमें नानक प्रभु शरणागति कर प्रसाद गुरुदेव पंजे बदे महाबली कर सचटो चल जपायन बिच दय खड़ो सो मिट गए पद नवा डरो नाम ते आइंदा कर पाए नमो सते उपजया नानका सोई बेहोआ। पंजे बदे महाबली कर सच्चा टोआ अपने चरण जपायन विच दया खड़ोआ रोग सोग सा मिट गए नित नमा निरोआ दिन रह नाम तिहाइंदा फिर पाए न मुआ
ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਨਾ ਮੈਲਾ ਨਾ ਤੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਕਿੱਥੋਂ ਉਪਜਾ ਕਹਿ ਰਹਿ ਕਹਿ ਮਹਿ ਸਮਾਵੈ, ਜਨ ਸਭ ਖਸਮ ਕੇ ਕੌਣ ਕੀਮਤ ਪਾਵੈ। ਧਿਆਨ ਸੁਣ ਨਿਤ ਸੇ ਪੰਥ ਸੁਹਾਵੈ, ਤੁਮ ਗੁਜਰ ਸਾਹਿਬੋ ਤੁਮ ਸਲਵੈ ਨਾਸ। ਪੂਰੇ ਗੁਰ ਉਪਦੇਸਿਆ ਨਾਨਕ ਸੁਨਾ ਸਚ, ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੈ। ਕਿਥੋਂ ਪੁਜੈ ਕਹਿ ਰਹਿ ਕਹਿ ਮਾਹਿ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਕਹਿਨ ਤਿਹਾਇਨ ਸੁਣ ਨਿਤ ਸੇ ਭਗਤ ਸੁਹਾਵੈ, ਆਗਮ ਗੋਚਰ ਸਾਹਿਬੋ ਦੂਸਰ ਲਵੈ ਨ ਲਾਵੈ। ਸੱਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੈ। ਪ੍ਰਭ ਜੀ 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 ਤੂੰ ਮੇਰੋ ਸੁਖ ਦਾਤਾ, ਤੂੰ ਮੇਰੋ ਸੁਖ ਦਾਤਾ। ਪ੍ਰਭ ਜੀ 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 ਪ੍ਰਭ ਜੀ। ਬੰਧਨ ਕਾਟ ਕਰ ਮਨ ਨਿਰਮਲ, ਬੰਧਨ ਕਾਟ ਕਰ ਮਨ ਨਿਰਮਲ। ਪੂਰਨ ਪੁਰਖ ਵਿਧਾਤਾ, ਪੂਰਨ ਪੁਰਖ ਵਿਧਾਤਾ। ਪ੍ਰਭ ਜੀ ਪ੍ਰਭ ਜੀ ਪ੍ਰਭ ਜੀ ਪ੍ਰਭ ਪ੍ਰਭ ਜੀ ਪ੍ਰਭ ਜੀ ਪ੍ਰਭ ਜੀ। ਗੁਰ ਕਾ ਸ਼ਬਦ रखवारे चौकी चौकिर्द हमारे। गुर का शब्द रखवारे चौकी चौकिर्द हमारे।
ਜਮ ਲ ਜਾਏ ਕਰ ਭਾਗਾ ਰਾਮ ਨਾਮ ਮਨ ਲਾਗਾ ਜਮ ਲ ਜਾਏ ਕਰ ਭਾਗਾ ਬੰਧਨ ਕਾਟ ਕਰੇ ਮਨ ਨਿਰਮਲ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਪੂਰਨ ਪੁਰਖ ਵਿਦਾਤਾ ਪ੍ਰਭ ਜੀ 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 ਤੂੰ ਮੇਰੋ ਸੁਖ ਦਾਤਾ ਤੂੰ ਮੇਰੋ ਸੁਖ ਦਾਤਾ ਤੂੰ ਮੇਰੋ ਸੁਖ ਦਾਤਾ ਪ੍ਰਭ ਜੀ 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 ਨਾਨਕ ਪ੍ਰਭ ਅਵਿਨਾਸੀ ਤਾਕੀ ਸੇਵਨਾ ਬਿਰਥੀ ਜਾਸੀ ਨਾਨਕ ਪ੍ਰਭ ਅਵਿਨਾਸੀ ਤਾਕੀ ਸੇਵਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬੰਧਨ ਕਾਟ ਕਰੇ ਮਨ ਨਿਰਮਲ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਪੂਰਨ ਪੁਰਖ ਵਿਧਾਤਾ ਪ੍ਰਭ ਜੀ 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 ਤੂੰ ਮੇਰੋ ਸੁਖ ਦਾਤਾ ਤੂੰ ਮੇਰੋ ਸੁਖ ਦਾਤਾ ਤੂੰ ਮੇਰੋ ਸੁਖ ਦਾਤਾ ਪ੍ਰਭ ਜੀ 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 ਬੰਧਨ ਕਾਟ ਕਰੇ ਮਨ ਨਿਰਮਲ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਪੂਰਨ ਪੁਰਖ ਵਿਧਾਤਾ ਪ੍ਰਭ ਜੀ 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 ਪ੍ਰਭ ਜੀ
ਸਤਿਗੁਰ ਨੋ ਜਿਹਾ ਕੋ ਇਛਦਾ ਤੇਹਾ ਫਲ ਪਾਏ ਕੋਏ, ਤੇਹਾ ਫਲ ਪਾਏ ਕੋਏ। ਸਤਿਗੁਰ ਨੋ ਜਿਹਾ ਕੋ ਇਛਦਾ ਤੇਹਾ ਫਲ ਪਾਏ ਕੋਏ, ਤੇਹਾ ਫਲ ਪਾਏ ਕੋਏ, ਤੇਹਾ ਫਲ ਪਾਏ ਕੋਏ। ਸਤਿਗੁਰ ਨੋ ਜਿਹਾ ਕੋ ਇਛਦਾ ਤੇਹਾ ਫਲ ਪਾਏ ਕੋਏ, ਤੇਹਾ ਫਲ ਪਾਏ ਕੋਏ, ਤੇਹਾ ਫਲ ਪਾਏ ਕੋਏ। ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਬ੍ਰਹਮ ਇੱਕ ਸੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਤੇਹਾ ਫਲ ਪਾਏ ਕੋਏ, ਤੇਹਾ ਫਲ ਪਾਏ ਕੋਏ। ਸਤਿਗੁਰ ਨੋ ਜਿਹਾ ਕੋ ਇਛਦਾ ਤੇਹਾ ਫਲ ਪਾਏ ਕੋਏ, ਤੇਹਾ ਫਲ ਪਾਏ ਕੋਏ, ਤੇਹਾ ਫਲ ਪਾਏ ਕੋਏ। ਨਿਰਵੈਰਾਂ ਨਾਲ ਵੈਰ ਚਲਾਏਂਦੇ, ਤਿਨ ਵਿੱਚੋਂ ਤਿਸਤਿਆ ਨ ਕੋਏ। ਨਿਰਵੈਰਾਂ ਨਾਲ ਵੈਰ ਚਲਾਏਂਦੇ, ਤਿਨ ਵਿੱਚੋਂ ਤਿਸਤਿਆ ਨ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਤੇਹਾ ਫਲ ਪਾਏ ਕੋਏ, ਤੇਹਾ ਫਲ ਪਾਏ ਕੋਏ। ਸਤਿਗੁਰ ਨੂੰ ਜੇ
किछ तेहा फल पाए कोय, तेहा फल पाए कोय, तेहा फल पाए कोय। नानक करता सब किछ जानदा, जितू किछ जाना होए। नानक करता सब किछ जानदा, नानक करता, नानक करता सब किछ जानदा, जितू किछ गुजाना होए। नानक करता सब किछ जानदा, जितू किछ गुजाना होए। तेहा फल पाए कोय, तेहा फल पाए कोय। सतगुर नो जेहा को इच्छता तेहा फल पाए कोय, तेहा फल पाए कोय, तेहा फल पाए कोय, तेहा फल पाए कोय। वाहेगुरु। ਗੁਰੂ ਪਿਆਰ ਸਾਹਿਬ ਸਿੰਘ ਜੀ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ। ਹੁਣ ਆਪ ਜੀ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਹੋਰਾਂ ਪਾਸੋਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਤੇ ਸਰਵਣ ਕਰੋ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ, ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਓ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ
ਤਾਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਵਸ ਦੁਪਹਿਰੋ ਟਰਿਓ ਜਬ ਸਕਲ ਤਿਆਰ ਕਰਵਾਏ ਜੈ ਸਿੰਘ ਛਿਤਪਤ ਤਜ ਸਦਨ ਨਿਕਸਿਓ ਵਹਿਰ ਸੋ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੁਭਾਏਮਾਨ ਹੋ ਕੇ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਪਾਠ ਸਰਵਣ ਕੀਤੇ ਹਨ। ਆਓ ਹੁਣ ਸਤਿਗੁਰਾਂ ਦੇ ਪਾਵਨ ਇਤਿਹਾਸ ਨਾਲ ਆਪਣੀ ਸੁਰਤੀ ਜੋੜੀਏ। ਜੋ ਇਹ ਕਥਾ ਸੁਣੈ ਰਗਾਵੈ ਦੁਖ ਪਾਪ ਤੇਹ ਨਿਕਟ ਨ ਆਵੈ। ਗੁਰੂ ਮਹਾਰਾਜ ਦੀ ਇਹ ਪਵਿੱਤਰ ਕਥਾ ਜਿਹੜਾ ਵੀ ਪ੍ਰੇਮ ਨਾਲ ਸੁਣਦਾ ਹੈ ਦੁੱਖਾਂ ਪਾਪਾਂ ਕਲੇਸ਼ਾਂ ਵਿਘਨਾਂ ਤੋਂ ਬਚ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਪ੍ਰੀਖਿਆ ਕਰਨ ਵਾਸਤੇ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਦੀ ਡਿਊਟੀ ਲਾਈ ਅਤੇ ਰਾਜੇ ਨੇ ਆਪਣੀਆਂ ਰਾਣੀਆਂ ਨੂੰ ਪੱਕਿਆਂ ਕੀਤਾ ਵੀ ਗੁਰੂ ਸਾਹਿਬ ਜੀ ਜਦੋਂ ਆਉਣਗੇ ਵੱਡੀ ਰਾਣੀ ਭੇਸ ਬਦਲ ਕੇ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬੈਠੇ ਔਰ ਛੋਟੀਆਂ ਰਾਣੀਆਂ ਜਿਹੜੀਆਂ ਹਨ ਉਹ ਵਧੀਆ ਵਧੀਆ ਬਸਤਰ ਪਹਿਨ ਕੇ ਬੈਠਣ। ਜੇ ਗੁਰੂ ਸਾਹਿਬ ਮਹਾਰਾਜ ਅੰਤਰਜਾਮੀ ਹੋਏ ਤੇ ਪਛਾਣ ਲੈਣਗੇ। ਇਸ ਤਰ੍ਹਾਂ ਰਾਜੇ ਨੇ ਆਪਣੇ ਮਹਿਲਾਂ ਵਿੱਚ ਗੁਰੂ ਸਾਹਿਬ ਦੇ ਸਵਾਗਤ ਦੀਆਂ ਬਹੁਤ ਤਿਆਰੀਆਂ ਕੀਤੀਆਂ ਹਨ। ਔਰ ਉੱਧਰ ਸਤਿਗੁਰੂ ਜੀ ਜਦੋਂ ਰਾਜੇ ਦੇ ਆਉਣ ਦਾ ਸਮਾਂ ਹੋਇਆ ਤਾਂ ਆਪਣਾ ਮਨ ਸਾਰਿਆਂ ਤੋਂ ਉਪਰਾਮ ਕਰਕੇ ਇੱਕ ਕਮਰੇ ਵਿੱਚ ਚਲੇ ਗਏ ਅਤੇ ਅੰਦਰੋਂ ਕੁੰਡੀ ਲਾ ਕੇ ਆਪਣੇ ਆਸਣ 'ਤੇ ਬਿਰਾਜ ਗਏ। ਰਾਜਾ ਜੈ ਸਿੰਘ ਢਲੇ ਦੁਪਹਿਰੇ 'ਤੇ ਗੁਰੂ ਸਾਹਿਬ ਨੂੰ ਲੈਣ ਆਇਆ ਹੈ। ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਵਸ ਦੁਪਹਿਰੋ ਟਰਿਓ ਜਬ ਜਦੋਂ ਦੁਪਹਿਰਾ ਢਲ ਗਿਆ ਦਿਨ ਦੇ 3-4 ਵਜੇ ਸ਼ਾਮ ਦਾ ਟਾਈਮ ਹੋਣ ਲੱਗਾ ਹੈ। ਸਕਲ ਤਿਆਰ ਕਰਵਾਏ ਰਾਜਾ ਜੈ ਸਿੰਘ ਨੇ ਆਪਣੇ ਘਰ ਵਿੱਚ ਪੂਰੀ ਤਿਆਰੀ ਕਰਵਾਈ ਹੈ ਗੁਰੂ ਸਾਹਿਬ ਦਾ ਸਵਾਗਤ ਕਰਨ ਵਾਸਤੇ। ਪਹਿਲਾਂ ਘਰ ਨੂੰ ਸਾਰੇ ਨੂੰ ਸਾਫ ਸੁਥਰਾ, ਮਹਿਲ ਬੜਾ ਤਗੜਾ ਸੀ ਰਾਜੇ ਦਾ, ਨੌਕਰਾਂ ਚਾਕਰਾਂ ਨੇ ਰਲ ਕੇ ਸਫਾਈ ਕੀਤੀ ਹੈ। ਵਧੀਆ ਗਲੀਚੇ ਕਾਲੀਨ ਸੁੰਦਰ ਚੰਦੋਏ ਆਦਿਕ ਜਿਹੜੀ ਵੀ ਗੁਰੂ ਸਾਹਿਬ ਜੀ ਦੇ ਬੈਠਣ ਵਾਸਤੇ ਉਹਦੀ ਤਿਆਰੀ ਕੀਤੀ ਹੈ। ਖਾਣ ਪਾਣ ਵਾਸਤੇ ਵਧੀਆ ਵਧੀਆ ਪਦਾਰਥ ਤਿਆਰ ਕੀਤੇ ਹਨ। ਜੈ ਸਿੰਘ ਛਿਤਪਤ ਤਜ ਸਦਨ ਰਾਜਾ ਜੈ ਸਿੰਘ ਜੋ ਜੈਪੁਰ ਦਾ ਰਾਜਾ ਹੈ ਆਪਣੇ ਘਰ ਤੋਂ ਨਿਕਲਿਆ ਹੈ। ਨਿਕਸਿਓ ਵਹਿਰ ਸੋ ਆਏ ਔਰ ਮਹਿਲਾਂ ਤੋਂ ਬਾਹਰ ਆਇਆ ਹੈ। ਚੌਪਈ ਸਿੰਘ ਪੌਰ ਮਹਿ ਆਏ ਥਰਿਓ ਹੈ। ਇਧਰ ਗੁਰੂ ਘਰ ਦੇ ਵਿੱਚ ਸੱਚੇ ਪਾਤਸ਼ਾਹ ਦੇ ਪੜਾਂ ਤੇ ਪਹੁੰਚਿਆ ਹੈ ਜਿਹੜਾ ਮੇਨ ਦਰਵਾਜ਼ਾ, ਉੱਥੇ ਆ ਕੇ ਖੜ ਗਿਆ। ਮੁਜਰੋ ਨਰ ਪ੍ਰਦਾਨ ਕਰਿਓ ਹੈ। ਜਿਹੜੇ ਉੱਥੇ ਪ੍ਰਧਾਨ ਮੁਖੀ ਸਨ ਉਹਨਾਂ ਨੇ ਰਾਜੇ ਦਾ ਸਵਾਗਤ ਕੀਤਾ, ਨਮਸਕਾਰ ਕੀਤੀ ਹੈ। ਤਿਸ ਤਿਸ ਥਲ ਪਰ ਸਕਲ ਹਟਾਏ ਔਰ ਆਪਣੇ ਨਾਲ ਆਏ ਹੋਏ ਬੰਦਿਆਂ ਨੂੰ ਸਾਰਿਆਂ ਨੂੰ ਪਿੱਛੇ ਖੜੇ ਕਰ ਦਿੱਤਾ ਰਾਜੇ ਨੇ। ਸਾਦਰ ਸੋ ਕਹਿ ਬੈਠਾਏ ਸਾਰਿਆਂ ਨੂੰ ਆਖਿਆ ਆਦਰ ਦੇ ਨਾਲ ਬੈਠ ਜਾਓ ਭਾਈ, ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰ ਲਵਾਂ। ਇਹ ਕਾਕੀ ਆਗੇ ਚਲ ਆਇਓ ਕੱਲਾ ਰਾਜਾ ਜੈ ਸਿੰਘ ਸਤਿਗੁਰੂ ਜੀ ਦੇ ਕੋਲ ਆਇਆ ਹੈ।
ਜਹ ਸਤ ਗੁਰ ਕੋ ਸਿਵਰ ਕਰਾਇਓ ਜਿੱਥੇ ਗੁਰੂ ਮਹਾਰਾਜ ਦੀ ਛਾਉਣੀ ਪਈ ਹੋਈ ਸੀ, ਡੇਰਾ ਪਿਆ ਹੋਇਆ ਸੀ, ਸਤਿਗੁਰੂ ਫੌਜਾਂ ਸਮੇਤ ਠਹਿਰੇ ਹੋਏ ਸਨ। ਆਨ ਪ੍ਰਵੇਸ਼ਿਓ ਪੌਰ ਮਝਾਰੇ ਮਹਾਰਾਜ ਦੇ ਦਰਵਾਜ਼ੇ ਤੇ ਆ ਕੇ ਰਾਜਾ ਜੈ ਸਿੰਘ ਨੇ ਨਮਸਕਾਰ ਕੀਤੀ ਹੈ। ਸਭ ਆਗੇ ਉਠ ਖਰੇ ਨਿਹਾਰੇ ਔਰ ਰਾਜੇ ਨੂੰ ਵੇਖ ਕੇ ਸਾਰੇ ਸਿੱਖਾਂ ਨੇ ਉੱਠ ਕੇ ਸਤਿਕਾਰ ਕੀਤਾ ਹੈ। ਜੈਪੁਰ ਨਾਥ ਅਚਾਨਕ ਆਵਨ ਸਾਰਿਆਂ ਨੂੰ ਸਿੱਖਾਂ ਨੂੰ ਹੈਰਾਨੀ ਹੋਈ ਹੈ ਵੀ ਰਾਜਾ ਜੈ ਸਿੰਘ ਅਚਾਨਕ ਬਿਨਾਂ ਦੱਸੇ ਕਿਵੇਂ ਆ ਗਿਆ ਹੈ। ਲੋਕ ਬਿਲੋਕਤ ਪੇ ਬਿਸਮਾਵਨ ਜਿੰਨੇ ਵੀ ਉੱਥੇ ਲੋਕ ਸਨ, ਗੁਰੂ ਘਰ ਦੇ ਸਿੱਖ ਸੇਵਕ ਸਨ, ਸਾਰਿਆਂ ਨੂੰ ਥੋੜੀ ਹੈਰਾਨੀ ਹੋਈ ਵੀ ਅੱਗੇ ਤਾਂ ਰਾਜਾ ਦੱਸ ਕੇ ਆਉਂਦਾ ਵੀ ਮੈਂ ਆ ਰਿਹਾ ਦਰਸ਼ਨ ਕਰਨ ਵਾਸਤੇ, ਅੱਜ ਬਿਨਾਂ ਦੱਸੇ ਹੀ ਰਾਜਾ ਆ ਗਿਆ ਹੈ। ਜਿਸਕੇ ਸਾਥ ਨ ਮਾਨਵ ਭੀਰ ਅੱਜ ਦੇ ਨਾਲ ਬਹੁਤੇ ਬੰਦਿਆਂ ਦੀ ਭੀੜ ਵੀ ਨਹੀਂ ਹੈ, ਕੱਲਾ ਹੀ ਅੰਦਰ ਵੜਿਆ ਹੈ। ਨਹੀਂ ਤਾਂ ਰਾਜਿਆਂ ਦੇ ਨਾਲ ਤਾਂ ਬੜੀ ਦੁਨੀਆ ਹੁੰਦੀ ਹੈ, ਬੜੇ ਸਾਰੇ ਅਫਸਰ ਹੁੰਦੇ ਹਨ, ਵਜ਼ੀਰ ਮੰਤਰੀ ਹੁੰਦੇ ਹਨ, ਸੂਰਬੀਰ ਯੋਧੇ ਹੁੰਦੇ ਹਨ, ਨੌਕਰ ਚਾਕਰ ਹੁੰਦੇ ਹਨ। ਇਹ ਰਾਜਾ ਆਪਣੇ ਸਾਥੀਆਂ ਨੂੰ ਬਾਹਰ ਖੜਾ ਕਰਕੇ ਮਹਿਲਾਂ ਵਿੱਚ ਗੁਰੂ ਸਾਹਿਬ ਦੇ ਘਰ ਵਿੱਚ ਇਕੱਲਾ ਹੀ ਵੜਿਆ ਹੈ। ਸਭਾ ਪ੍ਰਵੇਸ਼ਨ ਕੇ ਨਹ ਚੀਰ ਔਰ ਅੱਜ ਜਿਹੜੇ ਰਾਜੇ ਨੇ ਕੱਪੜੇ ਪਾਏ ਹੋਏ ਹਨ, ਇਹ ਵੀ ਬਹੁਤ ਵਧੀਆ ਨਹੀਂ ਹਨ। ਕਹਿਣ ਲੋਕ ਬਾਦਸ਼ਾਹ ਦੀ ਕਚਹਿਰੀ 'ਚ ਜਿਹੜੇ ਕੱਪੜੇ ਪਾ ਕੇ ਜਾਂਦਾ ਹੈ, ਜਾਂ ਆਪਣਾ ਦਰਬਾਰ ਲਾ ਕੇ ਜਦੋਂ ਰਾਜਾ ਬੈਠਦਾ ਹੈ, ਉਦੋਂ ਜਿਹੜੀ ਰਾਜੇ ਦੀ ਸ਼ਾਨ ਸ਼ੌਕਤ ਹੁੰਦੀ ਹੈ, ਅੱਜ ਨਜ਼ਰ ਨਹੀਂ ਆ ਰਹੀ। ਕਿਉ ਆਇਓ ਅਬ ਗਟੀ ਗਨੰਤੇ ਔਰ ਦੁਪਹਿਰ ਵੇਲੇ ਦੁਪਹਿਰ ਢਲੇ ਤੇ ਕਿਉਂ ਆਇਆ ਹੈ। ਇਸ ਤਰ੍ਹਾਂ ਸਿੱਖਾਂ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲਣ ਲੱਗ ਪਈਆਂ। ਅਚਾਨਕ ਜੋ ਕੋਈ ਵੱਡਾ ਬੰਦਾ ਸਾਡੇ ਘਰ ਆ ਜਾਵੇ ਤੇ ਸਾਨੂੰ ਵੀ ਹੁੰਦਾ ਹੀ ਹੈ ਵੀ ਐਡਾ ਵੱਡਾ ਰਾਜਾ ਸਾਡੇ ਘਰ ਬਿਨਾਂ ਮਤਲਬ, ਬਿਨਾਂ ਦੇਰੀ ਦੇ, ਬਿਨਾਂ ਦੱਸਿਆ ਆਇਆ ਹੈ। ਸ਼ੰਕਾ ਹੋਇਆ ਸਿੱਖਾਂ ਨੂੰ। ਕਿਦੋ ਸ਼ਾਹ ਇਹ ਪਠਿਓ ਤੁਰੰਤੇ ਕਈ ਸਿੱਖ ਸੋਚਣ ਲੱਗ ਪਏ ਵੀ ਹੋ ਸਕਦਾ ਹੈ ਬਾਦਸ਼ਾਹ ਔਰੰਗਜ਼ੇਬ ਨੇ ਤੁਰਤ ਹੀ ਭੇਜਿਆ ਹੋਵੇ, ਹੁਣੇ ਹੀ ਕੋਈ ਜ਼ਰੂਰੀ ਕੰਮ ਕਹਿ ਕੇ ਇਸ ਨੂੰ ਗੁਰੂ ਸਾਹਿਬ ਕੋਲ ਭੇਜਿਆ ਹੋਣਾ ਹੈ। ਇਤ ਉਤ ਦੇਖਤ ਦ੍ਰਿਗਨ ਚਲਾਏ ਹਾਂ, ਮਹਾਰਾਜ ਦੇ ਸਿੱਖ ਸੋਚ ਰਹੇ ਨੇ ਤੇ ਰਾਜਾ ਇੱਧਰ ਉੱਧਰ ਝਾਕਣ ਲੱਗ ਪਿਆ ਹੈ ਵੀ ਗੁਰੂ ਸਾਹਿਬ ਨਜ਼ਰ ਨਹੀਂ ਆ ਰਹੇ। ਬਾਕੀ ਸੰਗਤਾਂ ਬੈਠੀਆਂ ਨੇ, ਸਿੱਖ ਬੈਠੇ ਨੇ, ਗੁਰੂ ਦੀਆਂ ਫੌਜਾਂ ਬੈਠੀਆਂ ਨੇ, ਪਰ ਸਿੱਖ ਗੁਰੂ ਕੇ ਸਾਰੇ ਹਨ, ਗੁਰੂ ਕਿੱਥੇ ਹਨ? ਇਸ ਬਲ ਪਿਖੇ ਨ ਗੁਰ ਸੁਖਦਾਏ ਗੁਰੂ ਸਾਹਿਬ ਜੀ ਇਸ ਥਾਂ ਤੇ ਨਜ਼ਰ ਨਹੀਂ ਆਉਂਦੇ। ਰਾਜੇ ਨੇ ਹੈਰਾਨੀ ਜ਼ਾਹਰ ਕੀਤੀ ਹੈ। ਸਿੱਖਿਅਨ ਸਾਥ ਨਾਥ ਜੈਪੁਰ ਕੇ ਜੈਪੁਰ ਦਾ ਰਾਜਾ ਜੈ ਸਿੰਘ ਆਪਣੇ ਉੱਥੇ ਖੜੇ ਹੋਏ ਗੁਰੂ ਦੇ ਸਿੱਖਾਂ ਨੂੰ ਪੁੱਛਦਾ ਹੈ। ਬੂਝਨ ਕਰੇ ਉਤਾਇਲ ਕਰਕੇ ਉਹਨੇ ਛੇਤੀ ਨਾਲ ਸਿੱਖਾਂ ਨੂੰ ਪੁੱਛਿਆ। ਕਹਾ ਬਿਰਾਜੇ ਸੁਖਦ ਹਜੂਰ ਉਹਨੇ ਆਖਿਆ ਵੀ ਸੱਚੇ ਪਾਤਸ਼ਾਹ ਮਹਾਰਾਜ ਸੁੱਖਾਂ ਦੇ ਦਾਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਸ ਵੇਲੇ ਕਿੱਥੇ ਹਨ? ਡੇਰੇ ਬਿਖਾ ਕੇ ਗਮਨੇ ਦੂਰ ਕਿਉਂਕਿ ਸਾਨੂੰ ਡੇਰੇ 'ਚ ਮਹਾਰਾਜ ਦੇ ਦਰਸ਼ਨ ਨਹੀਂ ਹੋ ਰਹੇ। ਮਹਾਰਾਜ ਡੇਰੇ ਵਿੱਚ ਹੀ ਹਨ ਕਿ ਕਿਤੇ ਬਾਹਰ ਦੂਰ ਗਏ ਹੋਏ ਹਨ। ਨਿਜ ਥਲ ਨਹੀਂ ਦ੍ਰਿਸ਼ਟ ਮੁਝ ਆਏ ਮੈਨੂੰ ਸਤਿਗੁਰੂ ਜੀ ਆਪਣੀ ਥਾਂ ਤੇ ਜਿੱਥੇ ਰੋਜ਼ ਬੈਠ ਕੇ ਦਰਸ਼ਨ ਦਿੰਦੇ ਉੱਥੇ ਨਜ਼ਰ ਨਹੀਂ ਆਏ। ਤੁਮ ਨਿਆਰੇ ਕਿਮ ਪਏ ਸਮੁਦਾਏ ਤੁਸੀਂ ਵੀ ਸਾਰੇ ਗੁਰੂ ਦੇ ਸਿੱਖ ਨਾਲ ਨਹੀਂ ਗਏ। ਜੇ ਗੁਰੂ ਸਾਹਿਬ ਕਿਤੇ ਬਾਹਰ ਗਏ ਨੇ ਤੇ ਤੁਸੀਂ ਵੀ ਤਾਂ ਨਾਲ ਜਾਣਾ ਸੀਗਾ, ਪਰ ਸਿੱਖ ਸਾਰੇ ਹਾਜ਼ਰ ਨੇ, ਕੱਲੇ ਗੁਰੂ ਸਾਹਿਬ ਕਿਵੇਂ ਚਲੇ ਗਏ ਹਨ? ਸੁਨ ਸਿੱਖਿਅਨ ਸਭ ਕਹਿਓ ਬਜਾਈ ਇਹ ਸੁਣ ਕੇ ਸਿੱਖਾਂ ਨੇ ਆਖਿਆ ਇਸ ਕਰ ਅੰਤਰ ਪ੍ਰਵੇਸ਼ੇ ਜਾਈ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਸ ਕਮਰੇ ਵਿੱਚ ਵੜੇ ਹਨ, ਸਾਡੇ ਸਾਹਮਣੇ ਕੱਲੇ ਹੀ ਵੜੇ ਹਨ। ਇਹ ਕਾਕੀ ਹੋਏ ਸਕਲ ਹਟਾਏ ਕੱਲੇ ਹਨ ਸਤਿਗੁਰੂ ਇਕਾਂਤ ਵਿੱਚ ਨੇ। ਆਪਣੇ ਸੇਵਾਦਾਰਾਂ ਨੂੰ, ਆਪਣੇ ਗੜਵਈਆਂ ਨੂੰ, ਆਪਣੇ ਮਸੰਦਾਂ ਨੂੰ, ਸਿੱਖਾਂ ਨੂੰ, ਸਭ ਨੂੰ ਬਾਹਰ ਕੱਢ ਦਿੱਤਾ ਹੈ। ਕੁਛ ਸਤ ਗੁਰਗਤ ਲਖੀ ਨ ਜਾਏ ਪਤਾ ਨਹੀਂ ਅੱਗੇ ਤਾਂ ਇਦਾਂ ਕਦੀ ਨਹੀਂ ਕੱਲੇ ਅੰਦਰ ਵੜੇ। ਅੱਜ ਸਤਿਗੁਰੂ ਜੀ ਕੱਲੇ ਹੀ ਇਕਾਂਤ ਵਿੱਚ ਅੰਦਰ ਵੜ ਗਏ ਹਨ। ਮਹਾਰਾਜ ਸਾਹਿਬ ਜੀ ਦੀ, ਸਤਿਗੁਰੂ ਜੀ ਦੀ ਗਤਮਿਤ ਕੋਈ ਨਹੀਂ ਜਾਣ ਸਕਦਾ। ਉਹਨਾਂ ਦੇ ਹਿਰਦੇ ਜਿਸ ਵੇਲੇ ਕੀ ਚੱਲ ਰਿਹਾ ਹੈ ਉਹੀ ਜਾਣਦੇ ਹਨ। ਕਰ ਨਿਰਣੈ ਗਮਨਿਓ ਤਿਸ ਘਰ ਕੋ ਤੋ ਰਾਜਾ ਜੈ ਸਿੰਘ ਨੇ ਜਦੋਂ ਪਤਾ ਲੱਗਾ ਵੀ ਉਹ ਕਮਰੇ ਵਿੱਚ ਹਨ ਤੇ ਰਾਜਾ ਜੈ ਸਿੰਘ ਉਧਰ ਨੂੰ ਹੀ ਚੱਲ ਪਿਆ। ਜਾਤ ਵਿਚਾਰਤ ਸੰਸੈ ਉਰ ਕੋ ਰਾਜਾ ਜੈ ਸਿੰਘ ਮਨ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਜਾ ਰਿਹਾ ਹੈ।
ਕਈ ਤਰ੍ਹਾਂ ਦੀਆਂ ਅਟਕਲਾਂ ਉਹਦੇ ਮਨ ਵਿੱਚ ਆਉਂਦੀਆਂ ਹਨ। ਕੀ ਕਾਰਨ ਬਣ ਗਿਆ? ਗੁਰੂ ਸਾਹਿਬ ਜੀ ਨਾਰਾਜ਼ ਹੋ ਗਏ ਨੇ ਕਿਸੇ ਨਾਲ, ਜਾਂ ਗੁਰੂ ਸਾਹਿਬ ਦਾ ਸਰੀਰ ਠੀਕ ਨਹੀਂ ਹੈ, ਜਾਂ ਗੁਰੂ ਸਾਹਿਬ ਕਿਹੜੇ ਕਾਰਨ ਕਰਕੇ ਇਕੱਲੇ ਕਮਰੇ 'ਚ ਵੜੇ ਹਨ, ਅੰਦਰੋਂ ਕੁੰਡੀ ਲਾਈ ਹੈ। ਕਿਸ ਕਾਰਨ ਤੇ ਇਮ ਗੁਰ ਹੋਏ। ਇਸ ਤਰ੍ਹਾਂ ਗੁਰੂ ਸਾਹਿਬ ਕਦੀ ਹੁੰਦੇ ਨਹੀਂ ਜਿਵੇਂ ਅੱਜ ਇਕੱਲੇ ਇਕਾਂਤ ਵਿੱਚ ਚਲੇ ਗਏ ਹਨ। ਮੁਖ ਪ੍ਰਸੰਨ ਜਿਨ ਲਖ ਸਭ ਕੋਏ। ਸਦਾ ਹੀ ਉਹਨਾਂ ਦਾ ਚਿਹਰਾ ਹੰਸੂ ਹੰਸੂ ਕਰਦਾ ਰਹਿੰਦਾ ਹੈ, ਸਦਾ ਹੀ ਪ੍ਰਸੰਨ ਰਹਿੰਦੇ ਹਨ, ਕਦੀ ਕਿਸੇ ਨਾਲ ਉਹ ਨਾਰਾਜ਼ ਹੋਣ ਵਾਲੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤਾਂ ਨਾਨਕ ਭਗਤਾਂ ਸਦਾ ਵਿਗਾਸ ਵਿੱਚ ਰਹਿੰਦੇ ਹਨ। ਮੈਂ ਅਬ ਕਰਕੇ ਸਰਬ ਪ੍ਰਕਾਰ। ਤੇ ਮੈਂ ਹੁਣ ਹਰ ਤਰ੍ਹਾਂ ਨਾਲ ਗੁਰੂ ਸਾਹਿਬ ਨੂੰ ਖੁਸ਼ ਕਰਨ ਦਾ ਯਤਨ ਕਰਾਂ। ਰਾਜੇ ਨੇ ਉਹ ਸੋਚਿਆ ਵੀ ਜੇ ਗੁਰੂ ਸਾਹਿਬ ਨਾਰਾਜ਼ ਵੀ ਹਨ ਤਾਂ ਵੀ ਮੈਂ ਉਹਨਾਂ ਨੂੰ ਪਿਆਰ ਦੀਆਂ ਗੱਲਾਂ ਕਰਕੇ ਰਾਜੀ ਕਰ ਲਵਾਂਗਾ। ਕਰੋ ਖੁਸ਼ੀ ਤਿਨ ਹਿਰਦੈ ਉਦਾਰ। ਜੇ ਉਹ ਸਤਿਗੁਰੂ ਖੁੱਲੇ ਦਿਲ ਵਾਲੇ ਕਿਰਪਾ ਕਰ ਦੇਣ, ਖੁਸ਼ੀਆਂ ਕਰ ਦੇਣ ਤੇ ਅੱਜ ਮੇਰੇ ਘਰ ਚਰਨ ਪਾ ਦੇਣ। ਮਮ ਕਰ ਆਏ ਆਨੰਦਤ ਰਹੈ। ਜੇ ਮੇਰੇ ਘਰ ਆਏ ਨੇ ਤੇ ਖੁਸ਼ ਰਹਿਣ ਗੁਰੂ ਜੀ, ਭਾਵ ਦਿੱਲੀ ਵਿੱਚ ਮੇਰੀ ਬੇਨਤੀ ਮੰਨ ਕੇ ਆਏ ਹਨ, ਨਹੀਂ ਤਾਂ ਗੁਰੂ ਸਾਹਿਬ ਨੂੰ ਦਿੱਲੀ ਆਉਣ ਦੀ ਕੋਈ ਲੋੜ ਨਹੀਂ ਸੀ। ਜੇ ਆ ਗਏ ਹਨ ਤੇ ਮੇਰੇ ਘਰ ਵਿੱਚ ਖੁਸ਼ ਰਹਿਣੇ ਚਾਹੀਦੇ ਹਨ। ਤੋ ਕਲਿਆਣ ਹਮਾਰੀ ਅਹੈ। ਇਹਦੇ ਵਿੱਚ ਸਾਡਾ ਭਲਾ ਹੈ ਜੇ ਗੁਰੂ ਸਾਹਿਬ ਖੁਸ਼ ਰਹਿਣ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਗੁਰੂ ਦੀ ਖੁਸ਼ੀ ਹੋ ਗਈ ਸਾਰੀਆਂ ਹੀ ਖੁਸ਼ੀਆਂ ਪੱਲੇ ਪੈ ਜਾਂਦੀਆਂ ਹਨ। ਨਿਕਟ ਕਪਾਟਨ ਕੇ ਜਬ ਗਇਓ। ਇਸ ਤਰ੍ਹਾਂ ਰਾਜਾ ਜੈ ਸਿੰਘ ਉਸ ਕਮਰੇ ਦੇ ਲਾਗੇ ਪਹੁੰਚ ਗਿਆ ਜਿਹੜੇ ਕਮਰੇ ਵਿੱਚ 8ਵੇਂ ਪਾਤਸ਼ਾਹ ਨੇ ਅੰਦਰੋਂ ਕੁੰਡੀ ਲਾਈ ਹੋਈ ਸੀ। ਹਾਥ ਸਾਥ ਹਲਾਵਤ ਭਇਓ। ਤੇ ਜਾ ਕੇ ਦਰਵਾਜ਼ੇ ਨੂੰ ਹਿਲਾਇਆ, ਹੌਲੇ ਜੀ ਦਰਵਾਜ਼ਾ ਖੜਕਾਇਆ ਹੈ। ਸਿੰਖਲ ਭਰੀ ਜਾਨ ਥਿਰ ਰਹਿਓ। ਜਦੋਂ ਇਦਾਂ ਦਰਵਾਜ਼ੇ ਨੂੰ ਧੱਕਿਆ ਤੇ ਪਤਾ ਲੱਗ ਗਿਆ ਵੀ ਅੰਦਰੋਂ ਕੁੰਡੀ ਲੱਗੀ ਹੋਈ ਹੈ। ਰਾਜਾ ਉੱਥੇ ਦਰਵਾਜ਼ੇ ਤੇ ਖੜ ਗਿਆ। ਹੇਤ ਹਕਾਰਨ ਕੇ ਤਬ ਕਹਿਓ। ਸਤਿਗੁਰੂ ਜੀ ਨੂੰ ਬਾਹਰ ਬੁਲਾਉਣ ਵਾਸਤੇ ਰਾਜੇ ਨੇ ਇਸ ਤਰ੍ਹਾਂ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ। ਪ੍ਰਭ ਜੀ ਕਰਹੁ ਕਪਾਟ ਹਟਾਵਨ। ਹੇ ਗਰੀਬ ਨਵਾਜ, ਹੇ ਸੱਚੇ ਪਾਤਸ਼ਾਹ, ਹੇ ਸਤਿਗੁਰੂ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਪ੍ਰਭੂ ਜੀ ਕਿਰਪਾ ਕਰੋ, ਦਰਵਾਜ਼ਾ ਖੋਲੋ। ਦਾਸ ਜਾਣ ਦੇਹੁ ਦਰਸ਼ਨ ਪਾਵਨ। ਅਸੀਂ ਆਪ ਜੀ ਦੇ ਦਾਸ ਹਾਂ ਮਹਾਰਾਜ, ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਆਪਣੇ ਪਵਿੱਤਰ ਪਾਵਨ ਦਰਸ਼ਨ ਬਖਸ਼ੋ। ਦੋਇ ਤ੍ਰੈ ਬਾਰਹ ਕਾਰਨ ਕਰੇ। ਇਸ ਤਰ੍ਹਾਂ ਰਾਜੇ ਜੈ ਸਿੰਘ ਨੇ 2-3 ਵਾਰੀ ਜਦੋਂ ਬੇਨਤੀਆਂ ਕੀਤੀਆਂ, 2-3 ਵਾਰੀ ਆਵਾਜ਼ਾਂ ਦਿੱਤੀਆਂ ਸਤਿਗੁਰੂ ਜੀ ਨੂੰ। ਬੋਲੇ ਗੁਰਨਾ ਮੌਨਤਾ ਧਰੇ। ਅੰਦਰੋਂ ਮਹਾਰਾਜ ਬੋਲੇ ਹੀ ਨਹੀਂ, ਚੁੱਪ ਕਰਕੇ ਰਾਜੇ ਦੀਆਂ ਆਵਾਜ਼ਾਂ ਸੁਣਦੇ ਰਹੇ। ਰਾਜਾ ਆਵਾਜ਼ਾਂ ਦਿੰਦਾ ਰਿਹਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਉੱਤਰ ਨਹੀਂ ਦਿੱਤਾ। ਉੱਚੀ ਚੌਥੇ ਹਾਂਕ ਹਕਾਰੀ। ਚੌਥੀ ਵਾਰੀ ਰਾਜੇ ਨੇ ਉੱਚੀ ਆਵਾਜ਼ ਦਿੱਤੀ, ਗੁਰੂ ਜੀ ਮਹਾਰਾਜ ਜੀ, ਸਤਿਗੁਰੂ ਜੀ ਕਿਰਪਾ ਕਰੋ, ਦਰਵਾਜ਼ਾ ਖੋਲੋ। ਗੁਰ ਜੀ ਕਰਹੁ ਕਪਾਟ ਉਗਾਰੀ। ਇਹ ਗੁਰੂ ਜੀ ਦਰਵਾਜ਼ਾ ਖੋਲ ਕੇ ਦਰਸ਼ਨ ਬਖਸ਼ੋ। ਜੈਪੁਰ ਪਤ ਮੈਂ ਦਾਸ ਤੁਮਾਰਾ। ਮੈਂ ਰਾਜਾ ਜੈ ਸਿੰਘ ਤੁਹਾਡੇ ਚਰਨਾਂ ਦਾ ਦਾਸ, ਤੁਹਾਡੇ ਦਰਸ਼ਨਾਂ ਲਈ ਆਇਆ ਹਾਂ ਗੁਰੂ ਜੀ। ਸ਼ਰਨ ਆਪ ਕੀ ਮਮ ਆਧਾਰਾ। ਆਪ ਜੀ ਦੇ ਚਰਨਾਂ ਦੀ ਸ਼ਰਨ ਮੇਰਾ ਆਸਰਾ ਹੈ। ਮੈਨੂੰ ਤੁਹਾਡੇ ਚਰਨਾਂ ਤੋਂ ਬਿਨਾਂ ਇਸ ਦੁਨੀਆ ਵਿੱਚ ਹੋਰ ਕਿਸੇ ਦਾ ਸਹਾਰਾ ਨਹੀਂ ਗੁਰੂ ਜੀ। ਮੈਂ ਅਲਪਗਿਆ ਭੂਲ ਕੁਛ ਹੋਈ। ਮੇਰੇ ਕੋਲੋਂ ਜੇ ਕੋਈ ਭੁੱਲ ਹੋ ਗਈ ਹੈ, ਕੋਈ ਗਲਤੀ ਹੋ ਗਈ ਹੈ ਤਾਂ ਕਿਰਪਾ ਕਰਕੇ ਮੇਰੀ ਭੁੱਲ ਮਾਫ ਕਰ ਦਿਓ। ਤੁਮ ਸਰਬੱਗੇ ਛਿਮ ਹੋ ਅਬ ਸੋਈ। ਤੁਸੀਂ ਸਰਬੱਗ ਹੋ, ਮੈਂ ਅਲਪੱਗ ਹਾਂ। ਸਰਬੱਗ ਕਹਿੰਦੇ ਨੇ ਜਿਹੜਾ ਸਾਰਾ ਕੁਝ ਜਾਣਦਾ ਹੋਵੇ। ਗੈ ਨਾਮ ਗਿਆਨ ਦਾ ਹੈ। ਸਰਬ ਗੈ ਜੋ ਸਾਰਿਆਂ ਨੂੰ ਜਾਣਦਾ ਹੈ, ਉਹ ਸਰਬ ਗਿਆਨੀ ਜੋ ਹੈ ਉਹ ਗੁਰੂ ਹੈ। ਤੇ ਅਸੀਂ ਜਿਹੜੇ ਆ ਅਲਪ ਗੈ, ਥੋੜੇ ਗਿਆਨ ਵਾਲੇ। ਅਲਪ ਮੈਨੇ ਥੋੜਾ ਗਿਆਨ ਉਹਨੂੰ ਅਲਪੱਗ ਕਹਿੰਦੇ ਆ, ਤੇ ਜਿਹਨੂੰ ਸਾਰਾ ਗਿਆਨ ਉਹਨੂੰ ਸਰਬੱਗ ਕਹਿੰਦੇ ਆ। ਮਹਾਰਾਜ ਮੈਂ ਅਲਪੱਗ ਜੀਵ ਹਾਂ, ਭੁੱਲਣਹਾਰ ਹਾਂ, ਤੁਸੀਂ ਸਰਬੱਗ ਸਤਿਗੁਰੂ ਜਾਣੀ ਜਾਣ ਹੋ। ਆਪ ਕਰੋ ਸਮਝਾਵਨ ਐਸੇ। ਹੇ ਸੱਚੇ ਪਾਤਸ਼ਾਹ ਮੈਨੂੰ ਆਪ ਕਿਰਪਾ ਕਰਕੇ ਮਤ ਦਿਓ। ਮੇਰੀ ਮਤ ਥੋੜੀ ਰਾਮ। ਮਹਾਰਾਜ ਸਾਡੀ ਮਤ ਥੋੜੀ ਹੈ,
ਆਪ ਬੜੇ ਵੱਡੇ ਸਮਰੱਥ ਦਾਤੇ ਹੋ। ਸੁਤ ਸੋ ਕਹਿਤ ਪਿਤਾ ਹਿਤ ਜੈਸੇ। ਆਪ ਜੀ ਇਦਾਂ ਮੈਨੂੰ ਸਮਝਾਓ ਜਿਵੇਂ ਪਿਤਾ ਆਪਣੇ ਪੁੱਤਰ ਨੂੰ ਸਮਝਾਉਂਦਾ ਹੈ। ਪਿਤਾ ਆਪਣੇ ਬੱਚੇ ਦਾ ਭਲਾ ਸੋਚਦਾ ਹੈ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੋੜ ਪਿਤਾ ਗੱਲ ਲਾਵੈ। ਮਹਾਰਾਜ ਅਸੀਂ ਭੁੱਲਣਹਾਰ, ਖਿਨ ਖਿਨ ਭੁੱਲਣਹਾਰ ਜੀਵ ਹਾਂ, ਆਪ ਬਖਸ਼ਣਹਾਰੇ ਹੋ। ਜੋ ਹਮ ਤੇ ਕੁਛ ਬਿਗਰਤ ਕਾਮੀ। ਇਹ ਸਤਿਗੁਰੂ ਜੀ ਸਾਡੇ ਕੋਲੋਂ ਜੇ ਕੋਈ ਕੰਮ ਵਿਗੜਦਾ ਹੈ ਦਾਸ ਜਾਨ ਕਰ ਰੋਕਹੁ ਸੁਆਮੀ। ਤੇ ਸਾਨੂੰ ਰੋਕੋ। ਆਪਣੇ ਦਾਸ ਜਾਣ ਕੇ ਮਾੜਾ ਕੰਮ ਕਰਨ ਤੋਂ, ਗਲਤ ਕੰਮ ਕਰਨ ਤੋਂ ਤੁਸੀਂ ਰੋਕਣਾ ਹੈ ਸਤਿਗੁਰੂ ਜੀ। ਅਸੀਂ ਤਾਂ ਪਾਪੀ ਜੀਵ ਭੁੱਲਣਹਾਰ, ਖਿਨ ਖਿਨ ਭੁੱਲਦੇ ਹਾਂ। ਇਤਿਆਦਿਕ ਜਬ ਪਾਖੀ ਬਿਨਤੀ। ਇਸ ਤਰ੍ਹਾਂ ਰਾਜੇ ਜੈ ਸਿੰਘ ਨੇ ਜਦੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ, ਸੁਨ ਸਤਿਗੁਰ ਤਜ ਕਰ ਸਭ ਗਿਣਤੀ। ਸਤਿਗੁਰੂ ਜੀ ਨੇ ਸਾਰੀਆਂ ਗਿਣਤੀਆਂ ਮਿਣਤੀਆਂ ਛੱਡ ਦਿੱਤੀਆਂ, ਕਿਉਂਕਿ ਜਿਹੜੇ ਮਹਾਂਪੁਰਸ਼ ਅਵਤਾਰੀ ਪੁਰਸ਼ ਹੁੰਦੇ ਨੇ ਇਹ ਬਹੁਤਾ ਲੰਮਾ ਹਿਸਾਬ ਕਿਤਾਬ ਨਹੀਂ ਰੱਖਦੇ। ਜੇ ਨਾਰਾਜ਼ ਵੀ ਹੋ ਜਾਣ ਤੇ 10 ਮਿੰਟਾਂ 'ਚ ਰਾਜੀ ਹੋ ਜਾਂਦੇ। ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੀ ਤੇ ਗੁਰੂ ਦੇ ਖਾਲਸੇ ਦੀ ਪਾਣੀ 'ਚ ਲਕੀਰ ਹੁੰਦੀ ਹੈ। ਪਾਣੀ 'ਚ ਇੱਦਾਂ ਲਕੀਰ ਪਾਓ ਨਾਲ ਹੀ ਮਿਟ ਜਾਂਦੀ ਹੈ। ਸੰਸਾਰੀਆਂ ਦੀ ਪੱਥਰ 'ਤੇ ਲਕੀਰ ਹੁੰਦੀ ਹੈ। ਸੰਸਾਰੀ ਲੋਕ ਮਾੜਾ ਜਿਹਾ ਕਿਸੇ ਨਾਲ ਰੁੱਸ ਜਾਣ ਸਾਰੀ ਉਮਰ ਫਤਿਹ ਨਹੀਂ ਬੁਲਾਉਂਦੇ। ਮਾੜੀ ਜੀ ਗੱਲ ਹੋ ਜਾਏ ਫਿਰ ਉਹ ਬੰਦੇ ਨੂੰ ਬਿਲਕੁਲ ਹੀ ਕੰਡੈਮ ਕਰ ਦਿੰਦੇ ਆ। 99 ਉਹਦੇ ਗੁਣ ਹੋਣ, ਇੱਕ ਔਗਣ ਵੇਖ ਕੇ ਅਸੀਂ ਬੰਦੇ ਨੂੰ ਛੱਡ ਦਿੰਦੇ ਹਾਂ। ਸਤਿਗੁਰੂ ਕਹਿੰਦੇ ਸਾਂਝ ਕਰੀਜੈ ਗੁਣਾ ਕੇਰੀ, ਛੋੜ ਔਗਣ ਚੱਲੀਐ। ਤੁਸੀਂ ਗੁਣ ਲੈ ਲਓ, ਔਗਣ ਜ਼ਰੂਰ ਲੈਣੇ ਆ। ਤੁਸੀਂ ਔਗਣ ਛੱਡ ਦਿਓ, ਗੁਣਾਂ ਦੀ ਸਾਂਝ ਤਾਂ ਕਰੋ। ਪਰ ਸੰਸਾਰੀ ਲੋਕ ਨੇ ਆਪਣਾ ਹੰਕਾਰ ਹੀ ਦੂਜੇ ਦਾ ਤਿਆਗ ਕਰਾਉਂਦਾ। ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਅਸੀਂ ਕਿਸੇ ਬੰਦੇ ਨੂੰ ਕੰਡੈਮ ਕਰਦੇ ਹਾਂ, ਕਿਸੇ ਬੰਦੇ ਨੂੰ ਪਰੇ ਕਰਦੇ ਹਾਂ, ਉਦੋਂ ਸਾਡੀ ਹਉਮੈ ਇਹ ਕਹਿੰਦੀ ਆ ਵੀ ਇਹ ਬੰਦਾ ਗਲਤ ਹੈ, ਮੈਂ ਠੀਕ ਹਾਂ। ਸੋ ਰਾਜਾ ਜੈ ਸਿੰਘ ਦੇ ਮਨ ਵਿੱਚ ਜਿਹੜੀ ਭੁੱਲ ਦਾ ਪਛਚਾਤਾਪ ਉਹਨੇ ਕੀਤਾ ਤੇ ਅੰਤਰਜਾਮੀ ਸਤਿਗੁਰੂ ਉਸੇ ਵੇਲੇ ਮਾਫ ਕਰਤਾ, ਉਸੇ ਵੇਲੇ ਉੱਠ ਕੇ ਦਰਵਾਜ਼ਾ ਖੋਲ ਦਿੱਤਾ। ਸਿੰਖਲ ਛੋਰ ਕਪਾਟ ਉਗਾਰੇ। ਆਏ ਮਹਾਰਾਜ ਅੰਦਰੋਂ ਮੰਜੇ ਤੋਂ ਉੱਠ ਕੇ ਤੇ ਆਪਣੇ ਪਾਪ ਕਰ ਕਮਲਾਂ ਨਾਲ ਬੂਹੇ ਦੀ ਕੁੰਡੀ ਖੋਲ ਕੇ ਫਿਰ ਪਿਛਾਂ ਪਰਤ ਗਏ। ਪੁਨ ਬੈਠੇ ਤਿਸ ਥਲ ਦੁਤਵਾਰੇ। ਕੁੰਡੀ ਖੋਲ ਕੇ ਤੇ ਆਪਣੇ ਪਲੰਘੇ ਤੇ ਜਾ ਬੈਠੇ। ਸਤਿਗੁਰੂ ਮਹਾਰਾਜ ਉਦਾਂ ਹੀ ਸੋਭਾ ਪਾ ਰਹੇ ਹਨ। ਜੈਪੁਰ ਪਤ ਪ੍ਰਵੇਸ਼ ਤਬ ਭਇਓ। ਰਾਜਾ ਜੈ ਸਿੰਘ ਕਮਰੇ ਦੇ ਅੰਦਰ ਵੜਿਆ। ਅੰਤਰ ਹੋਏ ਦਰਸ ਗੁਰ ਲਇਓ। ਅੰਦਰ ਵੜ ਕੇ ਮਹਾਰਾਜ 8ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। ਨੀਚੇ ਕਰੇ ਬਿਲੋਚਨ ਬੈਸੇ। ਪਰ ਗੁਰੂ ਜੀ ਅੱਖਾਂ ਨੀਵੀਆਂ ਕੀਤੀਆਂ, ਰਾਜੇ ਵੱਲ ਦੇਖਦੇ ਨਹੀਂ। ਜਿਵੇਂ ਕੋਈ ਨਾਰਾਜ਼ ਹੋਇਆ ਹੁੰਦਾ ਨਾ, ਇੱਦਾਂ ਸ਼ੋਅ ਕਰ ਰਹੇ ਹੈ ਬਈ ਰਾਜੇ ਵੱਲ ਦੇਖਦੇ ਨਹੀਂ। ਨੇਤਰ ਨੀਵੇਂ ਕਰਕੇ ਸਤਿਗੁਰੂ ਜੀ ਬੈਠੇ ਹਨ। ਉਪਰ ਦ੍ਰਿਸ਼ਟ ਕੀਨ ਨਹਿ ਕੈਸੇ। ਨਿਗਾਹ ਉੱਪਰ ਕੀਤੀ ਨਹੀਂ, ਰਾਜੇ ਵੱਲ ਤੱਕਿਆ ਹੀ ਨਹੀਂ ਮਹਾਰਾਜ ਨੇ। ਨਿਰਪ ਬੰਧਨ ਕਰ ਥਿਤ ਪਾਪਾਸ। ਰਾਜਾ ਚਰਨਾਂ 'ਚ ਮੱਥਾ ਟੇਕ ਕੇ ਪਲੰਘੇ ਦੇ ਥੱਲੇ ਜ਼ਮੀਨ ਤੇ ਕਮਰੇ 'ਚ ਥੱਲੇ ਬੈਠ ਗਿਆ। ਜੋਰਤ ਹਾਥ ਪਨਤ ਅਰਦਾਸ। ਤੇ ਹੱਥ ਜੋੜ ਕੇ ਰਾਜਾ ਜੈ ਸਿੰਘ ਸਤਿਗੁਰਾਂ ਨੂੰ ਇਉਂ ਬੇਨਤੀ ਕਰਨ ਲੱਗਾ। ਤਰੇ ਡਸਾਵਨ ਕੁਛ ਨਹਿ ਕਰਿਓ। ਰਾਜੇ ਨੇ ਥੱਲੇ ਕੁਝ ਨਹੀਂ ਡਾਇਆ। ਬੈਨ ਦੀਨ ਹੋਏ ਬਚਨ ਉਚਰਿਓ। ਤੇ ਜ਼ਮੀਨ ਤੇ ਬੈਠ ਗਿਆ, ਪੁੰਜੇ ਬੈਠ ਕੇ ਨਿਮਾਣਾ ਜਿਹਾ ਹੋ ਕੇ ਇਉਂ ਬੇਨਤੀ ਕਰਨ ਲੱਗਾ ਸਤਿਗੁਰੂ ਗਰੀਬ ਨਿਵਾਜ ਜੀ ਨੂੰ। ਸ਼੍ਰੀ ਸਤਿਗੁਰ ਜਿਮ ਚਿੰਤ ਮਝਾਰੇ। ਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ, ਕੋ ਕਾਰਣ ਪਾ ਕਰਹੁ ਉਚਾਰੇ। ਅੱਜ ਆਪ ਜੀ ਕਿਸ ਗੱਲ ਦੀ ਚਿੰਤਾ ਕਰ ਰਹੇ ਹੋ? ਕਮਰੇ ਦੇ ਅੰਦਰ ਬੈਠੇ ਹੋ। ਰਾਜੇ ਨੇ ਸੋਚਿਆ ਵੀ ਸ਼ਾਇਦ ਸਤਿਗੁਰੂ ਜੀ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਲੈ ਗਏ ਹਨ, ਕੋਈ ਚਿੰਤਾ ਕਰ ਗਏ ਹਨ, ਵੀ ਜਿਹੜੇ ਅੰਦਰ ਕੁੰਡੀ ਲਾ ਕੇ ਬੈਠ ਗਏ ਹਨ। ਰਾਜਾ ਆਪਣੀ ਬੁੱਧੀ ਨਾਲ ਸੋਚਦਾ। ਉਹ ਕਹਿੰਦਾ ਮਹਾਰਾਜ ਜੀ ਆਪ ਜੀ ਕਿਸ ਕਾਰਨ ਕਰਕੇ ਕਮਰੇ ਦੇ ਅੰਦਰ ਇਕਾਂਤ ਵਿੱਚ ਬੈਠੇ ਹੋ ਕੁੰਡੀ ਲਾ ਕੇ? ਮੇਰੋ ਸਦਨ ਆਪਨੋ ਜਾਨਹੁ। ਇਹ ਮੇਰਾ ਘਰ ਨਹੀਂ ਹੈ ਗੁਰੂ ਜੀ, ਇਹ ਤੁਹਾਡਾ ਹੈ। ਇਹ ਬੰਗਲਾ ਵੀ ਤੁਹਾਡਾ ਹੈ। ਇਹ ਜੋ ਰਾਜ ਭਾਗ ਜੋ ਕੁਛ ਵੀ ਹੈ ਮੇਰਾ, ਮੁਝ ਮੈਂ ਕਿਛ ਨਹੀਂ। ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੈ ਮੇਰਾ। ਮਹਾਰਾਜ ਇਹ ਸਾਰਾ ਕੁਝ ਆਪਣਾ ਹੀ ਸਮਝੋ। ਸਭ ਪਰ ਮੁਖ ਤੇ ਹੁਕਮ ਬਖਾਨਹੁ। ਆ ਜਿੰਨੇ ਨੌਕਰ ਚਾਕਰ, ਜਿੰਨੀ ਦੁਨੀਆ, ਜਿੰਨੀ ਫੌਜ ਹੈ ਮੇਰੇ ਕੋਲ, ਜੋ ਕੁਛ ਵੀ ਹੈ ਸਭ ਤੁਹਾਡਾ ਹੈ। ਤੇ ਆਪਣਾ ਹੁਕਮ ਫਰਮਾਈ ਜਾ ਕਰੋ, ਆਪਣਾ ਹੁਕਮ ਚਲਾਓ। ਅੱਜ ਤੋਂ ਮੈਂ ਰਾਜਾ ਨਹੀਂ ਹਾਂ, ਰਾਜੇ ਤਾਂ ਤੁਸੀਂ ਹੋ।
ਮੈਂ ਤਾਂ ਤੁਹਾਡਾ ਨੌਕਰ ਹਾਂ ਗੁਰੂ ਜੀ। ਅੰਤఃਪੁਰ ਮੈਂ ਦਾਸੀ ਗਨ ਹੈ। ਮਹਾਰਾਜ ਮਹਿਲਾਂ ਦੇ ਵਿੱਚ ਦਾਸੀਆਂ ਨੌਕਰ ਤੁਹਾਡੀ ਸੇਵਾ ਲਈ ਹਰ ਵੇਲੇ ਹਾਜ਼ਰ ਹਨ ਕਰਹਿ ਸਰਬ ਸੇਵਾ ਚਹ ਮਨ ਹੈ। ਤੇ ਸਾਰੇ ਤੁਹਾਡੀ ਸੇਵਾ ਕਰਨਾ ਵੀ ਚਾਹੁੰਦੇ। ਮੇਰੀਆਂ ਰਾਣੀਆਂ ਵੀ, ਮੇਰੀਆਂ ਦਾਸੀਆਂ ਵੀ, ਮੇਰੇ ਨੌਕਰ ਵੀ ਤੁਹਾਡੇ ਉੱਤੇ ਬਹੁਤ ਸ਼ਰਧਾ ਰੱਖਦੇ ਹਨ ਗੁਰੂ ਜੀ, ਤੇ ਤੁਹਾਡੀ ਸੇਵਾ ਕਰਨਾ ਲੋੜਦੇ ਹਨ। ਸੈਨਾ ਕੋਸ਼ ਦੇਸ਼ ਸਮੁਦਾਏ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿੰਨੀ ਮੇਰੇ ਕੋਲ ਫੌਜ ਹੈ, ਜਿੰਨੇ ਮੇਰੇ ਕੋਲ ਖਜ਼ਾਨੇ ਹਨ, ਜਿੰਨੀ ਮੇਰੀ ਰਿਆਸਤ ਹੈ, ਸਕਲ ਆਪਕੇ ਲਖਹੁ ਸਦਾਏ। ਇਹ ਮੇਰਾ ਨਹੀਂ ਹੈ, ਸਭ ਆਪ ਜੀ ਦਾ ਹੀ ਹੈ। ਜਿਸ ਨੂੰ ਵੀ ਆਪ ਜੀ ਹੁਕਮ ਕਰੋਗੇ ਨਾ, ਉਹੀ ਨੌਕਰ ਤੁਹਾਡੇ ਚਰਨਾਂ 'ਚ ਹਾਜ਼ਰ ਰਹਿਣਗੇ। ਮੈਂ ਵੀ ਤੁਹਾਡੇ ਚਰਨਾਂ ਦਾ ਨੌਕਰ ਹਾਂ ਮਹਾਰਾਜ, ਮੈਨੂੰ ਆਪਣਾ ਸੇਵਕ ਸਮਝੋ। ਸਭ ਸਮਾਜ ਜਤ ਮੈਂ ਹੋ ਦਾਸ। ਮੈਂ ਸਾਰੀਆਂ ਫੌਜਾਂ ਸਮੇਤ, ਆਪਣੀਆਂ ਰਿਆਸਤਾਂ ਸਮੇਤ, ਆਪਣੀ ਪ੍ਰਜਾ ਸਮੇਤ ਤੁਹਾਡਾ ਦਾਸ ਹਾਂ ਗੁਰੂ ਜੀ। ਚਾਹੋ ਕਹੀ ਜਹ ਸੋ ਮਮ ਪਾਸ। ਆ ਜੋ ਆਪ ਜੀ ਚਾਹੋ ਮਹਾਰਾਜ, ਉਹੀ ਮੈਨੂੰ ਹੁਕਮ ਕਰ ਦਿਓ। ਆਪਣੀ ਰਸਨਾ ਤੋਂ ਬਸ ਮਾੜਾ ਜਿਹਾ ਇਸ਼ਾਰਾ ਕਰਿਆ ਕਰੋ, ਜਿਹੜੀ ਚੀਜ਼ ਚਾਹੀਦੀ ਹੈ ਉਹੀ ਹਾਜ਼ਰ ਹੋ ਜਾਵੇਗੀ। ਆਪ ਜੀ ਨਾਰਾਜ਼ ਨਾ ਹੋਇਆ ਕਰੋ। ਕੋਕ ਕਾਜ ਦੇਹ ਤਨਕ ਜਨਾਏ। ਜੇ ਕੋਈ ਗਲਤੀ ਹੋ ਜਾਏ ਸਾਡੇ ਕੋਲੋਂ, ਨੌਕਰਾਂ ਕੋਲੋਂ, ਸੇਵਾ ਕਰਦਿਆਂ ਸੇਵਾਦਾਰਾਂ ਕੋਲੋਂ, ਤੇ ਉਹ ਮਹਾਰਾਜ ਨਿਝੱਕ ਹੋ ਕੇ ਦੱਸ ਦਿਆ ਕਰੋ, ਕਿਉਂਕਿ ਸਾਡੀ ਮੱਤ ਥੋੜ੍ਹੀ ਹੈ ਨਾ, ਸਾਡੇ ਕੋਲੋਂ ਭੁੱਲਾਂ ਬਹੁਤ ਹੋ ਜਾਂਦੀਆਂ, ਗਲਤੀਆਂ ਹੋ ਜਾਂਦੀਆਂ। ਤੇ ਆਪ ਜੀ ਸਤਿਗੁਰੂ ਜੀ ਬਖਸ਼ਿੰਦ ਹੋ, ਦਾਤੇ ਹੋ, ਬਖਸ਼ ਲਵੋ। ਸਭ ਤਜ ਤਿਸ ਕੋ ਕਰੋ ਉਪਾਏ। ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰੀਆਂ ਭੁੱਲਾਂ ਗਲਤੀਆਂ ਮੇਰੀਆਂ ਮਾਫ ਕਰਕੇ ਤੇ ਮੈਨੂੰ ਸੁਮਾਰਗ ਪਾਇਆ ਕਰੋ। ਸ਼ਾਹ ਸੰਗ ਰਾਖਿਓ ਰਸ ਰੰਗ। ਤੇ ਗੁਰੂ ਜੀ ਬਾਦਸ਼ਾਹ ਵਾਲੇ ਪਾਸਿਓਂ ਤੁਸੀਂ ਚਿੰਤਾ ਨਾ ਕਰੋ, ਉਹਦੇ ਨਾਲ ਆਪਣਾ ਪ੍ਰੇਮ ਬਣਿਆ ਹੋਇਆ। ਉਹ ਤੁਹਾਡੀ ਵੀ ਉੱਥੇ ਪੂਰੀ ਇੱਜ਼ਤ ਮਾਣ ਕਰਦਾ ਹੈ ਬਾਦਸ਼ਾਹ, ਤੇ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਵੀ ਉਹ ਧੱਕਾ ਨਹੀਂ ਕਰੇਗਾ। ਉਤ ਕੀ ਚਿੰਤ ਨਾ ਕਰੋ ਨਿਸ਼ੰਗ। ਉਧਰ ਦੀ ਤੁਸੀਂ ਕੋਈ ਚਿੰਤਾ ਨਾ ਕਰੋ। ਜਿੰਨਾ ਚਿਰ ਤੁਹਾਡੀ ਮਰਜ਼ੀ ਨਹੀਂ ਹੁੰਦੀ, ਬਾਦਸ਼ਾਹ ਤੁਹਾਨੂੰ ਜ਼ਬਰਦਸਤੀ ਦਰਸ਼ਨ ਦੇਣ ਲਈ ਮਜਬੂਰ ਨਹੀਂ ਕਰੇਗਾ। ਸਭ ਕੇ ਕਾਰਜ ਆਪ ਪੁਜਾਵਹੁ। ਕਿਉਂਕਿ ਸਾਰੀ ਦੁਨੀਆ ਦੇ ਕੰਮ ਸਵਾਰਨ ਵਾਲੇ ਤੇ ਆਪ ਹੋ, ਕਰਤਾ ਪੁਰਖ ਤੇ ਆਪ ਹੋ ਸਤਿਗੁਰੂ ਜੀ। ਆਪਣੋ ਨੀਕੋ ਕਿਉਂ ਨ ਬਣਾਵਹੁ। ਜੇ ਦੁਨੀਆ ਦੇ ਕੰਮ ਸਵਾਰਦੇ ਹੋ ਤੇ ਤੁਹਾਡਾ ਕੌਣ ਵਿਗਾੜ ਸਕਦਾ ਹੈ। ਤੁਸੀਂ ਤੇ ਆਪਣੇ ਕਾਰਜ ਵੀ ਸਵਾਰ ਲੈਣੇ ਆ ਤੇ ਦੂਜਿਆਂ ਦੇ ਵੀ ਸਵਾਰੀ ਜਾਣੇ ਆ। ਆਪ ਤਾਂ ਮਹਾਰਾਜ ਸਰਬ ਕਲਾ ਸਮਰੱਥ ਹੋ। ਹਮਰੇ ਮਹਿਕਿਆ ਸ਼ਕਤ ਗੁਸਾਈ। ਇਹ ਗੁਰੂ ਜੀ, ਸਾਡੇ 'ਚ ਕੀ ਪਾਇਆ, ਸਾਡੀ ਕੀ ਸਮਰੱਥਾ ਹੈ, ਕੀ ਸਾਡੀ ਸ਼ਕਤੀ ਹੈ ਵੀ ਅਸੀਂ ਤੁਹਾਡਾ ਕੋਈ ਕੰਮ ਸਵਾਰ ਦਈਏ। ਅਸੀਂ ਨਹੀਂ ਕੋਈ ਸਵਾਰ ਸਕਦੇ, ਬਲਕਿ ਸਾਡੇ ਸਾਰੇ ਹੀ ਕੰਮ ਤੁਸੀਂ ਸਵਾਰਦੇ ਹੋ ਸਤਿਗੁਰੂ ਜੀ। ਜੋਰਾ ਵਰਕੇ ਹੋਏ ਸਹਾਈ। ਜੋ ਆਪ ਜੀ ਦੀ ਅਸੀਂ ਸਹਾਇਤਾ ਕਰ ਸਕੀਏ, ਆਪ ਜੀ ਦੀ ਕੋਈ ਮਦਦ ਕਰ ਸਕੀਏ, ਇੰਨੀ ਸਾਡੇ 'ਚ ਤਾਕਤ ਹੀ ਨਹੀਂ ਹੈ। ਬਲਕਿ ਜਿੰਨੀ ਤਾਕਤ ਤੁਸੀਂ ਦਿੱਤੀ ਹੈ, ਉਹਦੇ ਨਾਲ ਅਸੀਂ ਦੁਨੀਆ 'ਚ ਜੀ ਰਹੇ ਹਾਂ। ਇਸ ਕਰਕੇ ਸਾਹਿਬ ਜੀ, ਅਸੀਂ ਤੁਹਾਡਾ ਕੁਝ ਸਵਾਰ ਨਹੀਂ ਸਕਦੇ, ਬਲਕਿ ਤੁਸੀਂ ਸਾਡਾ ਸਵਾਰਦੇ ਹੋ। ਫਿਰ ਅਸੀਂ ਤਾਂ ਤੁਹਾਡੇ ਘਰ ਦੇ ਨੌਕਰ ਹਾਂ ਗੁਰੂ ਜੀ। ਕੇਵਲ ਦਾਸ ਦੇਨ ਵਡਿਆਈ। ਬਸ ਸਤਿਗੁਰੂ ਜੀ, ਤੁਸੀਂ ਆਪਣੇ ਦਾਸਾਂ ਨੂੰ ਸਿਰਫ ਵਡਿਆਈ ਦੇਣਾ ਚਾਹੁੰਦੇ ਹੋ, ਸਾਨੂੰ ਸੇਵਕਾਂ ਨੂੰ, ਨਿਮਾਣਿਆਂ ਨੂੰ ਮਾਣ ਦੇਣਾ ਚਾਹੁੰਦੇ ਹੋ। ਸ਼੍ਰੀ ਮੁਖ ਤੇ ਕੁਛ ਦੇਹ ਫਰਮਾਈ। ਜੇ ਕੋਈ ਸੇਵਾ ਹੋਵੇ ਤੇ ਬਸ ਦੱਸ ਦਿਆ ਕਰੋ, ਫਰਮਾ ਦਿਆ ਕਰੋ, ਅਸੀਂ ਉਹ ਸੇਵਾ ਉਸੇ ਵੇਲੇ ਕਰ ਦਿਆ ਕਰਾਂਗੇ ਸਤਿਗੁਰੂ ਜੀ। ਅਬ ਮਿਲ ਬੇਕਹੁ ਸ਼ਾਹ ਨ ਚਾਹਤ। ਹੇ ਸਤਿਗੁਰੂ ਜੀ, ਬਾਦਸ਼ਾਹ ਅੱਗੇ ਤਾਂ ਜਿੱਦ ਕਰਦਾ ਸੀ ਤੁਹਾਨੂੰ ਮਿਲਣ ਦੀ, ਤੁਹਾਡੇ ਦਰਸ਼ਨ ਕਰਨ ਦੀ, ਪਰ ਹੁਣ ਉਹ ਸਮਝ ਗਿਆ ਹੈ, ਹੁਣ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਜਿੱਦਬਾਜ਼ੀ ਨਹੀਂ ਕਰੇਗਾ। ਤੁਮਰੀ ਮਰਜ਼ੀ ਬਿਖਾ ਉਮਾਹਤ। ਹੁਣ ਤੁਹਾਡੀ ਮਰਜ਼ੀ 'ਚ ਖੁਸ਼ ਰਹੇਗਾ। ਉਹਨੂੰ ਸਮਝ ਆ ਗਈ ਹੈ ਵੀ ਸਤਿਗੁਰੂ ਜੀ ਮਹਾਰਾਜ ਦੀ ਬਿਰਤੀ ਸੰਸਾਰ ਤੋਂ ਪਰੇ ਹੈ, ਸੰਸਾਰੀ ਲੋਕਾਂ ਨੂੰ ਮਿਲਣਾ ਪਸੰਦ ਨਹੀਂ ਕਰਦੇ। ਇਸ ਕਰਕੇ ਗੁਰੂ ਸਾਹਿਬ ਬਾਦਸ਼ਾਹ ਤੁਹਾਨੂੰ ਹੁਣ ਬਾਰ-ਬਾਰ ਮਜਬੂਰ ਨਹੀਂ ਕਰੇਗਾ। ਜੇਕਰ ਮੁਝ ਤੇ ਪਇਓ ਬਿਗਾਰੇ। ਹਾਂ, ਜੇ ਗੁਰੂ ਜੀ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੈ, ਸੇਵਾ ਦੇ ਵਿੱਚ ਕੋਈ ਕਮੀ ਰਹਿ ਗਈ ਹੈ, ਤੇ ਆਪ ਜੀ ਮਾਫ ਕਰ ਦਿਓ। ਛਿਮਹੁ ਆਪ ਦੇਹ ਬੁੱਧ ਉਦਾਰੇ। ਔਰ ਮਾਫ ਕਰਕੇ ਮੈਨੂੰ ਬੁੱਧੀ ਦਿਓ, ਮਤ ਦਿਓ ਸੱਚੇ ਪਾਤਸ਼ਾਹ ਜੀ। ਲੈਨ ਨ ਦੇਨ ਨ ਦਰਸ਼ਨ ਤੁਰਕਾ। ਆਪ ਜੀ ਨੇ ਜੋ ਪਰਨ ਕੀਤਾ ਹੈ ਵੀ ਤੁਰਕ ਨੂੰ ਦਰਸ਼ਨ ਦੇਣੇ ਨਹੀਂ ਤੇ ਤੁਰਕ ਦੇ ਦਰਸ਼ਨ ਕਰਨੇ ਨਹੀਂ,
ਉਹ ਮਹਾਰਾਜ ਤੁਹਾਡਾ ਪਰਨ ਪੱਕਾ ਹੈ। ਪੁਜਿਓ ਨੇਮ ਇਹ ਕੀਨ ਜੋ ਧੁਰ ਕਾ। ਇਹ ਤੁਹਾਡਾ ਜਿਹੜਾ ਧੁਰ ਤੋਂ ਕੀਤਾ ਹੋਇਆ ਨੇਮ ਹੈ, ਇਹਨੂੰ ਨਹੀਂ ਕੋਈ ਛੇੜੇਗਾ। ਯਾਨੀ ਔਰੰਗਜ਼ੇਬ ਨੂੰ ਤੁਸੀਂ ਨਹੀਂ ਦਰਸ਼ਨ ਦੇਣੇ, ਉਹਦੇ ਮੱਥੇ ਤੁਸੀਂ ਨਹੀਂ ਲੱਗਣਾ ਚਾਹੁੰਦੇ, ਤਾਂ ਇਹਦੇ ਲਈ ਤੁਹਾਨੂੰ ਹੁਣ ਹੋਰ ਚਿੰਤਾ ਕਰਨ ਦੀ ਲੋੜ ਨਹੀਂ। ਔਰੰਗਜ਼ੇਬ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕਰ ਸਕਦਾ। ਇਸ ਗੱਲ ਮੈਂ ਜ਼ਿੰਮੇਵਾਰੀ ਲੈਂਦਾ ਹਾਂ। ਇਤਿਆਦਿਕ ਸੁਨ ਕਹਿ ਨਿਰਪ ਬੈਨ। ਇਸ ਤਰ੍ਹਾਂ ਮਹਾਰਾਜ ਜੀ ਨੂੰ ਰਾਜੇ ਜੈ ਸਿੰਘ ਨੇ ਜਦੋਂ ਬੇਨਤੀਆਂ ਕੀਤੀਆਂ, ਸਤਿਗੁਰੂ ਜੀ ਉਹਦੀਆਂ ਬੇਨਤੀਆਂ ਸੁਣ ਕੇ ਸ਼੍ਰੀ ਸਤਿਗੁਰੂ ਉਠਾਏ ਨੈਣ। ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਨੇਤਰ ਉੱਚੇ ਕੀਤੇ। ਕਿੰਨੇ ਚਿਰ ਦੇ ਮਹਾਰਾਜ ਅੱਖਾਂ ਨੀਵੀਆਂ ਕਰਕੇ ਨਾ ਉਹਦੀ ਗੱਲਾਂ ਸੁਣੀ ਜਾਂਦੇ ਸੀ, ਉਹਦੀਆਂ ਬੇਨਤੀਆਂ, ਉਹਦੇ ਤਰਲੇ। ਜਦੋਂ ਉਹਨੇ ਬਾਰ-ਬਾਰ ਬੇਨਤੀਆਂ ਕੀਤੀਆਂ ਤੇ ਮੰਜੇ ਤੇ ਬੈਠੇ ਬੈਠੇ ਪਾਤਸ਼ਾਹ ਨੇ ਉਹਦੇ ਵੱਲ ਵੇਖਿਆ। ਫਿਰ ਭੂਪਤ ਦਿਸ਼ਾ ਦੇਖ ਕਰ ਕਹਿਓ। ਰਾਜੇ ਜੈ ਸਿੰਘ ਵੱਲ ਵੇਖ ਕੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬੋਲੇ, ਗੁਰ ਸੰਤਨ ਜੋ ਪਾਵਨ ਚਾਹਿਓ। ਦੇਖ ਬਾਈ ਰਾਜਾ ਜੈ ਸਿੰਘ, ਜਿਹੜੇ ਗੁਰੂ ਔਰ ਸੰਤ ਹੁੰਦੇ ਨੇ ਨਾ, ਇਹ ਕੁਝ ਚੀਜ਼ਾਂ ਛੁਪਾ ਕੇ ਰੱਖਦੇ ਨੇ। ਜਿਹੜੀਆਂ ਚੀਜ਼ਾਂ ਇਹ ਛੁਪਾਣੀਆਂ ਚਾਹੁੰਦੇ ਨੇ, ਸੋ ਜਗ ਕੇ ਨਰ ਚਹ ਬਿਦਤਾਵਨ। ਉਹ ਸੰਤਾਂ ਦੀਆਂ ਗੁਪਤ ਚੀਜ਼ਾਂ ਨੂੰ ਸੰਸਾਰ ਦੇ ਲੋਕ ਪ੍ਰਗਟ ਕਰਨਾ ਚਾਹੁੰਦੇ ਨੇ। ਸੰਸਾਰ ਦੇ ਲੋਕਾਂ ਦੀ ਇਹ ਕਮਜ਼ੋਰੀ ਹੁੰਦੀ ਹੈ ਵੀ ਉਹ ਸੰਤਾਂ ਮਹਾਂਪੁਰਸ਼ਾਂ ਦੇ ਗੁਪਤ ਖਜ਼ਾਨੇ ਵੇਖਣਾ ਚਾਹੁੰਦੇ ਨੇ। ਪਰ ਪੂੰਜੀ ਕਹ ਕਰ ਦਰਸਾਵਨ। ਦੇਖੋ ਰਾਜਾ ਜੀ, ਕਿਸੇ ਦੀ ਜੇਬ 'ਚ ਕਿੰਨੇ ਪੈਸੇ ਨੇ ਦੇਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਦੇਖੋ ਇਸ਼ਾਰੇ ਨਾਲ ਸਮਝਾ ਰਹੇ ਨੇ। ਰਾਜਾ ਜੈ ਸਿੰਘ ਉੱਧਰੋਂ ਆਪਣੀਆਂ ਰਾਣੀਆਂ ਨੂੰ ਤਿਆਰ ਕਰਕੇ ਆਇਆ ਵੀ ਗੁਰੂ ਸਾਹਿਬ ਦੀ ਕਰਾਮਾਤ ਵੇਖਣੀ ਹੈ। ਵੱਡੀ ਰਾਣੀ ਨੂੰ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬਿਠਾ ਕੇ ਆਇਆ, ਛੋਟੀਆਂ ਰਾਣੀਆਂ ਨੂੰ ਪਟਰਾਣੀਆਂ ਵਾਲੇ ਕੱਪੜੇ ਪਾ ਕੇ ਸ਼ਿੰਗਾਰ ਕੇ ਬਿਠਾ ਕੇ ਆਇਆ। ਤੇ ਵੱਡੀ ਰਾਣੀ ਨੂੰ ਕੰਨ ਵਿੱਚ ਕਹਿ ਆਇਆ ਵੀ ਤੂੰ ਅਰਦਾਸ ਕਰਦੀ ਰਹੀ ਵੀ ਗੁਰੂ ਸਾਹਿਬ ਤੇਰੀ ਗੋਦੀ 'ਚ ਆ ਕੇ ਬੈਠਣ। ਤੇ ਵੱਡੀ ਰਾਣੀ ਜਿਹੜੀ ਹੈ ਉਹ ਅਰਦਾਸ ਕਰ ਰਹੀ ਹੈ ਤੇ ਨੌਕਰਾਣਾ ਵਾਲੇ ਮਾੜੇ ਜਿਹੇ ਮੈਲੇ ਜਿਹੇ ਕੱਪੜੇ ਸਾਦੇ ਜਿਹੇ ਪਾ ਕੇ ਪਿੱਛੇ ਗੁੱਠ 'ਚ ਬੈਠੀ ਹੋਈ ਹੈ। ਇੱਧਰ ਬੰਗਲੇ ਸਾਹਿਬ ਦੇ ਅੰਦਰ ਸਤਿਗੁਰੂ ਮਹਾਰਾਜ ਕਮਰੇ 'ਚ ਬੈਠੇ ਰਾਜੇ ਨੂੰ ਦੱਸ ਵੀ ਰਹੇ ਇਸ਼ਾਰੇ ਨਾਲ। ਨਾਰਾਜ਼ ਇਸੇ ਗੱਲ ਤੋਂ ਨੇ ਵੀ ਸਾਡੀ ਪ੍ਰੀਖਿਆ ਲੈਣ ਲੱਗ ਪਿਆ ਰਾਜਾ, ਕਿੰਨੀ ਮੱਤ ਤੇ ਪੜਦਾ ਪੈ ਗਿਆ। ਤਾਂ ਮਹਾਰਾਜ ਕਹਿੰਦੇ ਜਿਹੜੇ ਗੁਰੂ ਸੰਤ ਹੁੰਦੇ ਨੇ, ਇਹ ਜਿਹੜੀਆਂ ਚੀਜ਼ਾਂ ਲੁਕਾਣੀਆਂ ਚਾਹੁੰਦੇ ਨੇ ਸੰਸਾਰੀ ਲੋਕ, ਉਹਨੂੰ ਸ਼ੋਅ ਕਰਨਾ ਚਾਹੁੰਦੇ ਨੇ। ਪਰ ਕਿਸੇ ਦਾ ਜੇਬ ਦਾ ਖਜ਼ਾਨਾ, ਕਿਸੇ ਦੀ ਪਾਕਟ ਨੂੰ ਚੈੱਕ ਨਹੀਂ ਕਰਨਾ ਚਾਹੀਦਾ। ਇਹ ਮਾੜੀ ਗੱਲ ਹੁੰਦੀ ਹੈ। ਹਾਂਜੀ, ਕੋ ਆਪਣੋ ਤਨ ਦੇਹ ਦਿਖਾਈ। ਹਾਂ, ਆਪਣਾ ਧਨ ਕੌਣ ਦਿਖਾਉਂਦਾ ਰਾਜਾ ਜੀ? ਕੋਈ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ, ਆਪਣੇ ਪੈਸੇ ਕੋਈ ਨਹੀਂ ਸ਼ੋਅ ਕਰਦਾ ਮੇਰੇ ਕੋਲ ਇੰਨੇ ਹਨ। ਕਰ ਉਪਾਏ ਸਭ ਲੇਹ ਦੁਰਾਈ। ਬਲਕਿ ਹਰ ਕੋਈ ਆਪਣਾ ਪੈਸਾ ਲੁਕਾ ਕੇ ਰੱਖਦਾ ਹੈ, ਛੁਪਾ ਕੇ ਰੱਖਦਾ ਹੈ। ਪਰ ਤਨ ਕੋ ਦੇਖਣ ਕੇ ਕਾਰਨ। ਦੂਜੇ ਦਾ ਪੈਸਾ, ਦੂਜੇ ਦਾ ਬੈਂਕ ਬੈਲੈਂਸ ਚੈੱਕ ਕਰਨਾ ਜਾਂ ਦੂਜੇ ਦੇ ਬਟੂਏ ਵਿੱਚ ਹੱਥ ਮਾਰਨਾ, ਨਿਗਾਹ ਫੇਰਨੀ, ਦੂਜੇ ਦੇ ਘਰ ਕਿੰਨੀ ਪ੍ਰਾਪਰਟੀ ਹੈ, ਕਿੰਨਾ ਪੈਸਾ ਹੈ, ਇਹ ਦੇਖਣ ਦੀ ਕੋਸ਼ਿਸ਼ ਕਰਨੀ। ਕਰਹਿ ਅਨਕ ਬਿਦ ਜੋ ਉਪਚਾਰਨ। ਜਿਹੜਾ ਬੰਦਾ ਇੱਦਾਂ ਦੀਆਂ ਗੱਲਾਂ ਕਰਦਾ, ਇੱਦਾਂ ਦੇ ਉਪਚਾਰ ਕਰਦਾ ਹੈ, ਤਨੀਨ ਆਛੋ ਮਾ ਨਹਿ ਤਾਹੀ। ਉਹਨੂੰ ਧਨੀ ਬੰਦੇ ਚੰਗਾ ਨਹੀਂ ਸਮਝਦੇ। ਕਿਸੇ ਪੈਸੇ ਵਾਲੇ ਬੰਦੇ ਨੂੰ ਕੋਈ ਪੁੱਛ ਲਵੇ ਵੀ ਲਾਲਾ ਜੀ ਕਿੰਨੇ ਪੈਸੇ ਤੇਰੇ ਕੋਲ, ਕਿੰਨਾ ਬੈਂਕ ਬੈਲੈਂਸ ਹੈ, ਕਿੰਨੇ ਪਲਾਟ ਨੇ, ਕਿੰਨੇ ਕਾਰੋਬਾਰ ਨੇ, ਕਿੰਨੀਆਂ ਫੈਕਟਰੀਆਂ ਨੇ, ਉਹ 'ਚ ਖੁਸ਼ ਥੋੜ੍ਹਾ ਹੋਵੇਗਾ, ਬਲਕਿ ਗੁੱਸਾ ਕਰੇਗਾ ਵੀ ਤੂੰ ਕੌਣ ਹੁੰਦਾ ਵੀ ਮੇਰਾ ਪਰਸਨਲ ਹੈ, ਮੇਰਾ ਪ੍ਰਾਈਵੇਟ ਹੈ, ਤੂੰ ਕਿਉਂ ਜਾਣਨਾ ਚਾਹੁੰਦਾ। ਹਾਂਜੀ, ਅਨਸਾਰੀ ਹੋਏ ਦੁੱਖ ਤਿਸ ਨਾਹੀ। ਤੇ ਜਿਹੜਾ ਉਹਨਾਂ ਧਨੀ ਪੁਰਸ਼ਾਂ ਦੇ ਅਨੁਸਾਰ ਹੀ ਚੱਲਦਾ, ਉਹਨਾਂ ਨੂੰ ਖੋਜਣ, ਉਹਨਾਂ ਦਾ ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਉਹਨੂੰ ਸਾਰੇ ਸੁੱਖ ਮਿਲਦੇ ਰਹਿੰਦੇ ਆ। ਅਮੀਰ ਲੋਕਾਂ ਦੇ ਨੌਕਰ ਵੀ ਸੁੱਖ ਭੋਗਦੇ ਆ, ਤਨਖਾਹ ਮਿਲਦੀ ਹੈ, ਵਧੀਆ ਰਹਿੰਦਾ ਸਭ ਕੁਛ। ਪਰ ਜੇ ਉਹ ਨੌਕਰ ਕਹਿਣ ਵੀ ਆਪਣੇ ਰਾਜੇ ਨੂੰ ਜਾਂ ਆਪਣੇ ਮਾਲਕ ਨੂੰ, ਆਪਣੇ ਸ਼ਾਹੂਕਾਰ ਨੂੰ, ਸੇਠ ਨੂੰ, ਬਈ ਸੇਠ ਜੀ ਦਾ ਸਾਰਾ ਬੈਂਕ ਬੈਲੈਂਸ ਦੇਖੀਏ, ਉਹਨਾਂ ਦਾ ਬਟੂਏ 'ਚ ਪਾਕਟ 'ਚ ਕਿੰਨੀ ਮਨੀ ਹੈ, ਉਹਨਾਂ ਦੇ ਪ੍ਰਾਪਰਟੀ ਕਿੰਨੀ ਹੈ, ਜ਼ਮੀਨਾਂ ਕਿੰਨੀਆਂ ਨੇ, ਫਿਰ ਉਹ ਜਿਹੜਾ ਸੇਠ ਹੁੰਦਾ ਉਹ ਨਾਰਾਜ਼ ਹੋ ਜਾਂਦਾ ਵੀ ਮੇਰੇ ਨੌਕਰ ਨੇ ਕਿ ਮੇਰੇ ਮਾਲਕ ਬਣਨਾ ਚਾਹੁੰਦੇ ਨੇ। ਹਾਂਜੀ, ਕਹਿਓ ਗੁਰੂ ਕੋ ਸਮਝਿਓ ਰਾਏ। ਹਾਂ, ਸਤਿਗੁਰਾਂ ਨੇ ਇਸ਼ਾਰੇ ਨਾਲ ਸਮਝਾਤਾ, ਸਿੱਧੀ ਗੱਲ ਨਹੀਂ ਕੀਤੀ ਮਹਾਰਾਜ ਨੇ।
ਇਸ਼ਾਰੇ ਨਾਲ ਕਿਹਾ। ਰਾਜਾ ਸਮਝ ਗਿਆ ਵੀ ਇਹ ਕੀ ਕਹਿਣਾ ਚਾਹੁੰਦੇ, ਮਹਾਰਾਜ ਕੀ ਮੈਨੂੰ ਇਸ਼ਾਰਾ ਦੇ ਰਹੇ ਹਨ। ਤਉ ਠਟੀ ਬਿਦ ਕੋ ਚਿਤ ਚਾਏ। ਪਰ ਹੁਣ ਜਿਹੜੀ ਰਾਜਾ ਪੱਕੀ ਕਰਕੇ ਆਇਆ ਸੀ ਨਾ ਮਨ ਵਿੱਚ, ਉਹ ਜਿਹੜਾ ਖਿਆਲ ਸੀ ਉਹਦਾ ਵੀ ਮੈਂ ਪ੍ਰੀਖਿਆ ਲੈਣੀ, ਉਹ ਛੱਡੀ ਨਹੀਂ ਗਈ ਉਹਦੇ ਕੋਲੋਂ। ਉਹ ਕਈ ਵਾਰੀ ਨਾ ਬੰਦਾ ਕਿਸੇ ਖਿਆਲ ਤੇ ਅੜ ਜਾਂਦਾ, ਉਹਨੂੰ ਜੇ ਕੋਈ ਸਮਝਾਵੇ ਵੀ ਨਾ ਉਹ ਪਿੱਛੇ ਨਹੀਂ ਮੁੜਦਾ, ਕਹਿੰਦਾ ਹੁਣ ਅੱਗੇ ਹੀ ਦੇਖਾਂਗੇ ਕੀ ਹੁੰਦਾ। ਤੇ ਰਾਜੇ ਦੇ ਜਿਹੜੀ ਮਨ 'ਚ ਸੋਚੀ ਬੈਠਾ ਸੀ ਨਾ ਪ੍ਰੀਖਿਆ ਲੈਣ ਦੀ ਗੱਲ, ਉਹ ਫੇਰ ਵੀ ਛੱਡੀ ਨਹੀਂ, ਸਮਝਦੇ ਗਿਆ ਵੀ ਗੁਰੂ ਸਾਹਿਬ ਇਸ ਕਰਕੇ ਮੈਨੂੰ ਇਸ਼ਾਰਾ ਕਰ ਰਹੇ ਨੇ। ਹਾਥ ਜੋੜ ਕਰ ਅਰਜ਼ ਗੁਜ਼ਾਰੀ। ਹੱਥ ਜੋੜ ਕੇ ਫਿਰ ਬੋਲਿਆ ਜੈ ਸਿੰਘ, ਸਭ ਅੰਤਹਪੁਰ ਜੋ ਮਮ ਨਾਰੀ। ਇਹ ਮਹਾਰਾਜ ਮੇਰੀਆਂ ਜਿੰਨੀਆਂ ਰਾਣੀਆਂ ਨੇ, ਰਾਵਰ ਕੇ ਦਰਸ਼ਨ ਕੋ ਬਾਂਛਾ ਹੈ। ਉਹ ਮੇਰੀਆਂ ਰਾਣੀਆਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਸਤਿਗੁਰੂ ਜੀ। ਸੁਨ ਸੁਨ ਸੁਜਾਸ ਸਬਨ ਤੇ ਆਛਾ ਹੈ। ਉਹਨਾਂ ਨੇ ਤੁਹਾਡੀ ਬੜੀ ਮਹਿਮਾ ਸੁਣੀ ਹੈ ਤੇ ਮੈਨੂੰ ਕਹਿੰਦੀਆਂ ਨੇ ਵੀ ਆਪਣੇ ਗੁਰੂ ਜੀ ਨੂੰ ਘਰ ਲੈ ਕੇ ਆਓ ਤੇ ਅਸੀਂ ਗੁਰੂ ਜੀ ਦੇ ਚਰਨ ਪਰਸਾਂਗੀਆਂ। ਬਹੁ ਤਿਆਰੀ ਕਰ ਕੈ ਰਣਵਾਸ। ਮੇਰੇ ਰਣਵਾਸ 'ਚ ਜਿੱਥੇ ਰਾਣੀਆਂ ਦਾ ਮਹਿਲ ਹੈ ਉੱਥੇ ਤਿਆਰੀ ਕੀਤੀ ਹੋਈ ਹੈ। ਰਾਣੀਆਂ ਨੇ ਆਪ ਜੀ ਦੇ ਵਾਸਤੇ ਵਧੀਆ ਵਧੀਆ ਪਕਵਾਨ ਬਣਾਏ ਨੇ, ਬੜੇ ਬੜੇ ਸੁੰਦਰ ਭੋਜਨ ਤਿਆਰ ਕੀਤੇ ਨੇ, ਔਰ ਮਹਾਰਾਜ ਖੇਡਣ ਵਾਸਤੇ ਖਿਡੌਣੇ ਵੀ ਸੋਨੇ ਚਾਂਦੀ ਹੀਰੇ ਮੋਤੀਆਂ ਦੇ ਰੱਖੇ ਨੇ। ਤੇ ਮਹਾਰਾਜ ਉਹਨੇ ਰਾਣੀ ਸਾਡੀ ਨੇ ਬਹੁਤ ਤਿਆਰੀ ਕੀਤੀ ਹੋਈ ਹੈ ਆਪ ਜੀ ਦਾ ਸਵਾਗਤ ਕਰਨ ਵਾਸਤੇ। ਮੈਂ ਬਿਲੋਕ ਆਇਓ ਤੁਮ ਪਾਸ। ਇਹ ਸੱਚੇ ਪਾਤਸ਼ਾਹ ਮੈਂ ਆਪ ਦੇਖ ਕੇ ਆਇਆ, ਤਿਆਰੀ ਕਰਵਾ ਕੇ ਆਇਆ ਹਾਂ, ਤੁਹਾਨੂੰ ਲੈਣ ਆਇਆ ਹਾਂ। ਹੋਏ ਅਵਗਿਆ क्षमा ਕਰੀਜੈ। ਜੇ ਕੋਈ ਸਾਡੇ ਤੋਂ ਗਲਤੀ ਹੋ ਗਈ ਹੈ ਜਾਂ ਹੋ ਰਹੀ ਹੈ ਜਾਂ ਅੱਗੇ ਹੋਵੇ ਤੇ ਮਾਫ ਕਰ ਦਿਆ ਜੇ। ਰਾਜੇ ਨੂੰ ਪਤਾ ਵੀ ਹੈ ਵੀ ਜਿਹੜਾ ਕੰਮ ਮੈਂ ਕਰ ਰਿਹਾ ਇਹ ਗਲਤ ਹੈ, ਕਿਉਂਕਿ ਪੜ੍ਹਿਆ ਲਿਖਿਆ ਰਾਜਾ ਸੀਗਾ। ਉਹਨੂੰ ਇਹ ਤਾਂ ਮਹਿਸੂਸ ਹੋ ਰਿਹਾ ਸੀ ਵੀ ਜਿਹੜਾ ਇਹ ਸੰਤਾਂ ਦੀ ਗੁਰੂਆਂ ਦੀ ਪ੍ਰੀਖਿਆ ਲੈਣੀ ਹੈ ਨਾ, ਇਹ ਬਹੁਤ ਖਤਰਨਾਕ ਹੁੰਦੀ ਹੈ। ਕਈ ਵਾਰੀ ਤਾਂ ਬੇੜਾ ਹੀ ਗਰਕ ਹੋ ਜਾਂਦਾ, ਮਾੜੀ ਜੀ ਗੱਲ ਤੋਂ, ਛੋਟੀ ਜੀ ਗੱਲ ਤੋਂ ਮਾੜਾ ਜਿਹਾ ਬਚਨ ਕਰ ਦਿੰਦੇ ਆ ਤੇ ਕੋਈ ਦਰਬਾਸ਼ਾ ਸਿਉ ਕਰਤ ਠਗੌਰੀ ਜਾ ਦੇਵੇ ਫਲ ਪਾਏ। ਉਹਨਾਂ ਨਿਆਣਿਆਂ ਨੂੰ ਕੀ ਪਤਾ ਸੀ, ਮੁੰਡੇ 15-15 ਸਾਲ ਦੇ ਕ੍ਰਿਸ਼ਨ ਦੇ ਪੋਤਰੇ, ਉਹ ਸਾਰੇ ਇਕੱਠੇ ਹੋ ਕੇ ਪ੍ਰਦੁਮਨ ਦੇ ਪੇਟ ਤੇ ਬਾਟੀ ਬੰਨੀ ਤੇ ਕੱਪੜੇ ਕੁੜੀਆਂ ਵਾਲੇ ਪਾ ਕੇ ਗੁੱਤ ਪਿੱਛੇ ਕਰਕੇ ਉਹਦੇ ਸੰਧੂਰ ਸੰਧਾਰ ਭਰਤਾ, ਜਿਵੇਂ ਕੁੜੀਆਂ ਦਾ ਸ਼ਿੰਗਾਰ ਕਰੀਦਾ। ਮੁੰਡੇ ਨੂੰ ਕੁੜੀ ਬਣਾ ਕੇ ਪੇਟ ਦੇ ਉੱਤੇ ਬਾਟੀ ਲਾ ਕੇ ਲੈ ਕੇ, ਮਹਾਰਾਜ ਜੀ ਇਹ ਕੁੜੀ ਦੇ ਬੱਚਾ ਹੋਣ ਵਾਲਾ, ਮੁੰਡਾ ਹੋਵੇਗਾ ਕੁੜੀ ਹੋਵੇਗੀ। ਦੁਰਵਾਸ਼ਾ ਕਹਿੰਦਾ ਇਹਦੇ ਪੇਟ ਤੋਂ ਉਹ ਜੰਮੇਗਾ ਤੁਹਾਡੀ ਕੁਲ ਦਾ ਨਾਸ ਕਰ ਦੇਗਾ। ਲੈਂਦਾ ਕੁਛ ਵੀ ਨਹੀਂ ਰਿਹਾ। ਕਿੰਨੇ 50 ਕਰੋੜ ਕਹਿੰਦੇ ਜਾਦਵ ਸੀਗੇ, ਲੜ ਕੇ ਮਰ ਗਏ ਆਪਸ ਵਿੱਚ ਸ਼ਰਾਬ ਪੀ ਕੇ, ਤੇ ਸਾਰਾ ਕੁਝ ਗਵਾ ਲਿਆ। ਇਹ ਹੁਣ ਸੰਤਾਂ ਦੇ ਨਾਲ ਮਸ਼ਕਰੀ ਕਰਨੀ ਜਾਂ ਉਹਨਾਂ ਦੀ ਪ੍ਰੀਖਿਆ ਲੈਣੀ ਜਾਂ ਉਹਨਾਂ ਦਾ ਇਮਤਿਹਾਨ ਲੈਣਾ ਬਹੁਤ ਮਾੜਾ ਕੰਮ ਹੈ। ਰਾਜੇ ਨੂੰ ਪਤਾ, ਡਰਦਾ ਵੀ ਹੈ ਪਰ ਲੈ ਵੀ ਰਿਹਾ। ਕਹਿੰਦਾ ਗੁਰੂ ਜੀ ਬਸ ਜੇ ਕੋਈ ਭੁੱਲ ਹੋ ਜੇ ਤਾਂ ਮਾਫ ਕਰ ਦਿਆ ਜੇ। ਦਾਸ ਜਾਨ ਨਿਜ ਬਿਰਦ ਰਖੀਜੈ। ਦਾਸ ਜਾਣ ਕੇ ਆਪਣੇ ਬਿਰਦ ਬਾਣੇ ਦੀ ਲਾਜ ਰੱਖਿਆ ਜੇ, ਭਾਵੇਂ ਮਾੜੇ ਆ ਚੰਗੇ ਹੈ ਤਾਂ ਸੱਚੇ ਪਾਤਸ਼ਾਹ ਤੁਹਾਡੇ ਹੀ ਆ। ਦਰਸ ਦੇਖਵੇ ਚਾਹ ਅਭਿਸ਼ੇਖਨ। ਮੇਰੀਆਂ ਰਾਣੀਆਂ ਤੁਹਾਡੇ ਦਰਸ਼ਨਾਂ ਨੂੰ ਬਹੁਤ ਉਤਾਵਲੀਆਂ ਨੇ। ਸਭ ਹੀ ਕਰਹਿ ਪੰਥ ਕੋ ਦੇਖਨ। ਆ ਰਸਤਾ ਦੇਖ ਰਹੀਆਂ ਨੇ, ਜਿਹੜੇ ਰਾਹ ਤੋਂ ਆਪ ਜੀ ਨੇ ਆਉਣਾ। ਮਹਾਰਾਜ ਪੂਰੀ ਤਿਆਰੀ ਹੈ ਤੇ ਤੁਸੀਂ ਕਿਰਪਾ ਕਰਕੇ ਮੇਰੇ ਘਰ ਚੱਲੋ। ਪੂਰਨ ਪੁਰਖ ਪ੍ਰੇਮ ਕੇ ਬਸ ਹੋ। ਕਿਉਂਕਿ ਆਪ ਪੂਰਨ ਪੁਰਖ ਉਹਦੇ ਪ੍ਰੇਮ ਦੇ ਵਾਸੋ। ਮੈਂ ਸੁਣਿਆ ਵੀ ਸਾਧੂ ਮਹਾਤਮਾ ਮਹਾਂਪੁਰਸ਼ ਪ੍ਰੇਮੀਆਂ ਦੇ ਪ੍ਰੇਮ ਵਾਸਤੇ ਸਭ ਕੁਝ ਕਰ ਲੈਂਦੇ ਹਨ। ਆਪਰਨ ਕੇਰ ਸ਼ਰੋਮਣ ਲਸ ਹੋ। ਆਪ ਜੀ ਮਹਾਰਾਜ ਸ਼੍ਰੋਮਣੀ ਹੋ ਸਾਰੀ ਦੁਨੀਆ ਦੇ ਵਿੱਚ। ਚਰਣਾ ਬੁਝ ਕੋ ਪਾਏ ਨਿਕੇਤ। ਆਪਣੇ ਚਰਨ ਕਮਲ ਮੇਰੇ ਘਰ ਚ ਪਾ ਦਿਓ। ਮੁਝ ਕੋ ਸਭ ਪਰਿਵਾਰ ਸਮੇਤ। ਮੈਨੂੰ ਤੇ ਮੇਰੇ ਪਰਿਵਾਰ ਨੂੰ ਖੁਸ਼ੀਆਂ ਬਖਸ਼ੋ। ਕਰਹੁ ਕਰਤਾਰਥ ਦੀਨਾਨਾਥ। ਨਾਥ ਘਰ ਵਿੱਚ ਪੈਰ ਪਾ ਕੇ ਮੇਰਾ ਘਰ ਪਵਿੱਤਰ ਕਰੋ ਤੇ ਸਾਨੂੰ ਕਿਰਤਾਰਥ ਕਰੋ। ਸਿਰ ਪਰ ਤਰਹੁ ਸਕਰੁਣਾ ਹਾਥ। ਆਪਣਾ ਮਿਹਰਾਂ ਵਾਲਾ ਹੱਥ ਮੇਰੇ ਸਿਰ ਤੇ ਰੱਖੋ, ਮੇਰੀਆਂ ਰਾਣੀਆਂ ਤੇ ਵੀ ਕਿਰਪਾ ਕਰੋ। ਆਪਣੋ ਜਾਨ ਸੰਭਾਰਣ ਕਰੀਐ ਹੈ। ਆਪਣਾ ਜਾਣ ਕੇ ਸਾਨੂੰ ਮਹਾਰਾਜ ਆਪਣੇ ਸ਼ਰਨ ਵਿੱਚ ਆਪਣੀ ਹਜ਼ੂਰੀ 'ਚ ਰੱਖੋ। ਬਿਗਨ ਅਨੇਕਨ ਕੋ ਪਰ ਹਰੀਐ ਹੈ। ਮਹਾਰਾਜ ਇਸ ਲੋਕ ਦੇ ਔਰ ਪਰਲੋਕ ਦੇ ਬਿਘਨਾਂ ਤੋਂ ਬਚਾ ਲਓ। ਮਹਾਰਾਜ ਆਪਣੇ ਸੇਵਕ ਜਾਣ ਕੇ ਇੱਥੇ ਉੱਥੇ ਰਖਵਾਲਾ। ਪ੍ਰਭ ਸਤਿਗੁਰ ਦੀਨ ਦਇਆਲਾ। ਇੱਥੇ ਸੰਸਾਰ ਵਿੱਚ ਵੀ ਬਿਘਨਾਂ ਦੁੱਖਾਂ ਤੋਂ ਬਚਾਓ
ਤੇ ਅੱਗੇ ਜਮਾਂ ਦੀ ਮਾਰ ਤੋਂ ਵੀ ਬਚਾ ਲਵੋ। ਜਥਾ ਪੁੱਤਰ ਨਿਜ ਪਿਤਾ ਅਗਾਰੀ ਏ ਸੱਚੇ ਪਾਤਸ਼ਾਹ ਜੀ, ਜਿਵੇਂ ਪੁੱਤਰ ਆਪਣੇ ਪਿਤਾ ਦੇ ਅੱਗੇ ਕਰਹਿ ਅਵਗਿਆ ਸਮਤ ਬਿਸਾਰੀ ਉਹ ਕੋਈ ਗਲਤੀ ਵੀ ਕਰ ਲਵੇ ਤੇ ਪਿਤਾ ਉਹਦੀ ਗਲਤੀ ਬਹੁਤਾ ਚਿਰ ਯਾਦ ਨਹੀਂ ਰੱਖਦਾ, ਮਾਫ ਕਰ ਦਿੰਦਾ ਹੈ। ਤਉ ਪਿਤਾ ਸੋ ਪ੍ਰਸੰਨਤਾ ਠਾਨ ਹੈ ਪਿਓ ਫਿਰ ਵੀ ਪ੍ਰਸੰਨ ਹੋ ਜਾਂਦਾ ਹੈ, ਬੋੜ ਪਿਤਾ ਗੱਲ ਲਾਵੇ। ਹਾਂਜੀ। ਅਵਗੁਣ ਜਾਨ ਹਿਰਦੈ ਨਹਿ ਆਨ ਹੈ ਔਰ ਕੋਈ ਵੀ ਔਗਣ ਜਿਹੜਾ ਹੈ ਆਪਣੇ ਮਨ ਦੇ ਵਿੱਚ ਨਹੀਂ ਲਿਆਉਂਦਾ। ਇਸ ਪ੍ਰਕਾਰ ਜੇ ਜਾਨੋ ਮੋਹੀ ਇਸ ਪ੍ਰਕਾਰ ਜੇ ਆਪ ਜੀ ਮੈਨੂੰ ਆਪਣਾ ਬੱਚਾ ਸਮਝੋ ਤੋ ਹਮਰੋ ਸਭ ਬਿਦ ਭਲ ਹੋਹੀ ਤਾਂ ਫਿਰ ਸਾਡਾ ਭਲਾ ਹੋ ਸਕਦਾ ਹੈ। ਰਾਜਾ ਜੈ ਸਿੰਘ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਹੈ। ਅਵਗੁਣ ਮਨ ਮਹਿ ਕੋ ਨ ਚਿਤਾਰਹੁ ਇਹ ਮਹਾਰਾਜ, ਸਾਡੇ ਕੋਲ ਗਲਤੀਆਂ ਹੁੰਦੀਆਂ ਨੇ, ਹੋ ਰਹੀਆਂ ਨੇ, ਹੋਣੀਆਂ ਨੇ, ਪਰ ਸਾਡੀਆਂ ਔਗਣ ਗਲਤੀਆਂ ਨੂੰ ਚਿਤਾਰੋ ਨਾ। ਪਿਤਾ ਸਮਾਨ ਸਦਾ ਪ੍ਰਤਪਾਰਹੁ ਆਪਣੇ ਬੱਚੇ ਸਮਝ ਕੇ ਆਪ ਪਿਤਾ ਬਣ ਕੇ ਸਾਡੀ ਪਾਲਣਾ ਕਰੋ। ਅਬਰਣ ਵਾਸਹ ਪੂਰਹੁ ਆਸਾ ਆਪ ਕਿਰਪਾ ਕਰੋ, ਹੁਣ ਰਣਵਾਸ ਵਿੱਚ ਰਾਣੀਆਂ ਨੂੰ ਦਰਸ਼ਨ ਦੇ ਉਹਨਾਂ ਦੀ ਆਸਾ ਪੂਰੀ ਕਰੋ। ਮੈਂ ਦੇ ਕਰ ਆਇਓ ਪਰਵਾਸਾ ਮੈਂ ਆਪਣੀਆਂ ਰਾਣੀਆਂ ਨੂੰ ਇਹ ਭਰੋਸਾ ਦੇ ਕੇ ਆਇਆ ਹਾਂ ਸ਼੍ਰੀ ਹਰਿ ਕ੍ਰਿਸ਼ਨ ਸੁਨੇ ਬਚ ਦੀਨ ਕਿ ਗੁਰੂ ਸਾਹਿਬ ਨੂੰ ਲੈ ਕੇ ਆਵਾਂਗਾ। ਸੋ ਆਪ ਜੀ ਹੁਣ ਕਿਰਪਾ ਕਰੋ, ਮੇਰੇ ਘਰ ਚੱਲੋ। ਗੁਰੂ ਸਾਹਿਬ 8ਵੇਂ ਪਾਤਸ਼ਾਹ ਜੀ ਨੇ ਜਦੋਂ ਰਾਜੇ ਜੈ ਸਿੰਘ ਦੀ ਨਿਮਰਤਾ ਭਰੀ ਬੇਨਤੀ ਸੁਣੀ, ਫੇਰਿਓ ਜਾਏ ਨਾ ਬਾਕ ਪਰਬੀਨ ਮਹਾਰਾਜ ਕਹਿਣ ਲੱਗੇ, ਰਾਜਾ ਤੇਰੀ ਬੇਨਤੀ ਮੋੜੀ ਨਹੀਂ ਜਾ ਸਕਦੀ। ਜੈਪੁਰ ਨਾਥ ਕੀਨ ਸੁਨ ਬਿਨਤੀ ਫਿਰ ਰਾਜਾ ਜੈ ਸਿੰਘ ਕਹਿਣ ਲੱਗਾ, ਸਰਬ ਪ੍ਰਕਾਰ ਤਜੀ ਗੁਰ ਗਿਨਤੀ ਤੇ ਮਹਾਰਾਜ ਕਰੋ ਕਿਰਪਾ, ਫਿਰ ਮੇਰੇ ਘਰ ਚੱਲੋ। ਇਹ ਸੁਣ ਕੇ ਉਸੇ ਵੇਲੇ ਹੀ ਤਿਆਰ ਹੋ ਪਏ। ਹੋਏ ਤਿਆਰ ਚਲਨ ਕਹ ਸਾਥ ਮਹਾਰਾਜ ਉਸੇ ਵੇਲੇ ਤਿਆਰ ਹੋਏ ਰਾਜੇ ਨਾਲ ਜਾਣ ਵਾਸਤੇ। ਭਰਿਓ ਹਰਖ ਹੇਰਤ ਨਰਨਾਥ ਰਾਜਾ ਬੜਾ ਖੁਸ਼ ਹੋਇਆ। ਵਹਿਰ ਆਏ ਬੈਠੇ ਗੁਨਖਾਨੀ ਮਹਾਰਾਜ ਉਸ ਕਮਰੇ ਚੋਂ, ਜਿਹੜਾ ਆਰਾਮ ਵਾਲਾ ਕਮਰਾ ਸੀ ਜਿਸ 'ਚ ਇਕੱਲੇ ਹੀ ਕੁੰਡੀ ਲਾ ਕੇ ਬਿਰਾਜ ਗਏ ਸੀ, ਉਸ ਕਮਰੇ ਚੋਂ ਬਾਹਰ ਆ ਕੇ ਬੈਠ ਗਏ। ਦਾਸਨ ਤੇ ਮੰਗਵਾਇਬ ਪਾਣੀ ਤੇ ਉਸ ਵੇਲੇ ਸੇਵਾਦਾਰ ਨੂੰ ਇਸ਼ਾਰਾ ਕੀਤਾ, ਜਲ ਲੈ ਕੇ ਆਓ। ਕਰ ਅਰ ਚਰਨ ਪਖਾਰਨ ਕਰੇ ਸੇਵਾਦਾਰ ਪਾਣੀ ਲੈ ਕੇ ਆਇਆ। ਪਹਿਲਾਂ ਆਪਣੇ ਚਰਨ ਧੋਏ, ਹੱਥ ਧੋਏ, 5 ਇਸ਼ਨਾਨਾ ਕੀਤਾ ਬਦਨ ਪਖਾਰਿਓ ਅੰਜਲ ਭਰੇ ਤੇ ਫਿਰ ਮੂੰਹ ਦੇ ਉੱਤੇ ਜਲ ਦੇ ਛੱਟੇ ਮਾਰ ਕੇ ਮੁਖ ਧੋਇਆ ਸਤਿਗੁਰੂ ਜੀ ਨੇ। ਸਾਥ ਰੁਮਾਲ ਪੋਛ ਬੋਕੀਨ ਔਰ ਤੌਲੀਏ ਨਾਲ ਸਤਿਗੁਰੂ ਜੀ ਨੇ ਰੁਮਾਲ ਨਾਲ ਹੱਥ ਪੈਰ ਮੁਖ ਆਦਿਕ ਸਭ ਪੂੰਝ ਕੇ ਸਰੀਰ ਸਾਫ਼ ਕਰਕੇ ਸਿਰ ਚੀਰਾ ਬੰਦਿਓ ਦੁੱਤ ਪੀਨ ਬੜੀ ਸੁੰਦਰ ਦਸਤਾਰ ਚੀਰੇ ਵਾਲੀ ਸੀਸ ਤੇ ਸਜਾਈ ਹੈ, ਉੱਤੇ ਕਲਗੀ ਲਾਈ ਹੈ। ਉਪਰ ਸੁੰਦਰ ਜਗਾ ਸੁਧਾਰੀ ਪਹਿਲਾਂ ਮਹਾਰਾਜ ਨੇ ਸੁੰਦਰ ਚੀਰੇ ਵਾਲੀ ਦਸਤਾਰ ਸਜਾ ਕੇ ਉੱਤੇ ਜਿਗਾ ਬੰਨੀ ਹੈ। ਕੰਚਨ ਮੈਂ ਹੀਰਨ ਮੁੱਲ ਭਾਰੀ ਜਿਹੜੀ ਜਿਗਾ ਸੋਨੇ ਦੀ ਬਣੀ ਵਿੱਚ ਹੀਰੇ ਜੜੇ ਹੋਏ ਹਨ। ਸ਼੍ਰੀ ਗੁਰ ਕੇ ਸਿਰ ਪਰ ਸ਼ਬ ਸਾਜੇ ਮਹਾਰਾਜ ਦੇ ਮੱਥੇ ਤੇ ਬੜੀ ਸੋਹਣੀ ਜਿਗਾ ਸੋਭਦੀ ਹੈ। ਬਰ ਸਰੂਪ ਤੇ ਰਤਨ ਬਿਰਾਜੇ ਔਰ ਮਹਾਰਾਜ ਦਾ ਸੋਹਣਾ ਸਰੂਪ ਹੀਰੇ ਮੋਤੀ ਰਤਨਾਂ ਨਾਲ ਸ਼ਿੰਗਾਰਿਆ ਗਿਆ ਹੈ। ਅਤ ਸੂਖਮ ਅੰਬਰ ਕੋ ਜਾਮਾ ਔਰ ਬਹੁਤ ਸੂਖਮ ਮਹਿੰਗੇ ਕੱਪੜੇ ਦਾ ਚੋਲਾ, ਗੋਟਾ ਲੱਗਿਓ ਦਕੂਲ ਬਿਰਹਮਾ ਜਿਨ੍ਹਾਂ ਦੇ ਆਲੇ ਦੁਆਲੇ ਬਹੁਤ ਸੁੰਦਰ ਕਢਾਈ ਕੱਢੀ ਹੋਈ ਹੈ। ਇਹੋ ਜਿਹਾ ਮਹਾਰਾਜ ਦਾ ਜੋ ਹਜੂਰੀਆ ਦੁਸ਼ਾਲਾ, ਉਹਨੂੰ ਅਗਲੇ ਪਾਸੇ ਗੋਟਾ ਲੱਗਾ ਹੋਇਆ ਹੈ। ਪਨਹੀ ਪਾਇਨ ਪਾਏ ਭਲੇਰੀ ਔਰ ਬੜਾ ਸੋਹਣਾ ਸੁੰਦਰ ਜੋੜਾ, ਛੋਟਾ ਜਿਹਾ ਮਹਾਰਾਜ, ਕਿਉਂਕਿ ਪੌਣੇ 8 ਸਾਲ ਦੇ ਤਾਂ ਸਤਿਗੁਰੂ ਜੀ ਸੱਚਖੰਡ ਚਲੇ ਗਏ ਸਨ। ਇਹ ਉਸ ਤੋਂ ਪਹਿਲਾਂ ਦੀ ਗੱਲ ਹੈ। ਮਹਾਰਾਜ 6.5 ਸਾਲ ਦੇ ਹੋਣਗੇ, ਇਹ ਉਦੋਂ ਦੀ ਗੱਲਾਂ ਹਨ। ਤੇ ਸਤਿਗੁਰੂ ਜੀ ਛੋਟਾ ਜਿਹਾ ਸੁੰਦਰ ਬਹੁਤ ਕੀਮਤੀ ਜੋੜਾ ਆਪਣੇ ਚਰਨਾਂ ਵਿੱਚ ਪਾਇਆ ਹੈ। ਸੁੰਦਰ ਸਜਤ ਸੋ ਜ਼ਰੀ ਕਨੇਰੀ ਔਰ ਜੋੜਾ ਵੀ ਜਰੀਦਾਰ ਤਿੱਲੇ ਸੁੱਚੇ ਦੀ ਕਢਾਈ ਨਾਲ ਕੱਢਿਆ ਹੋਇਆ ਹੈ। ਹਾਥ ਗਹੀ ਫੂਲਨ ਕੀ ਛਰੀ ਤੇ ਹੱਥ ਵਿੱਚ ਫੁੱਲਾਂ ਦੀ ਇੱਕ ਛੜੀ ਰੱਖਿਆ ਕਰਦੇ ਸਨ, ਉਹ ਫੜ ਲਈ ਹੈ। ਬਹੁਤ ਮੋਲ ਕੀ ਸ਼ੋਭਤ ਖਰੀ ਬਹੁਤ ਕੀਮਤੀ ਉਹ ਛੜੀ ਹੈ, ਜਿਹਨੂੰ ਦੇਖ ਕੇ ਸਾਰਿਆਂ ਦਾ ਮਨ ਮੋਹਿਆ ਜਾਂਦਾ ਹੈ। ਤੇ ਜਿਹਦੇ ਸਿਰ ਤੇ ਰੱਖ ਦਿੰਦੇ ਨੇ, ਉਹ ਗੂੰਗਾ ਵੀ ਕੀਤਾ ਦੇ ਅਰਥ ਕਰਨ ਲੱਗ ਜਾਂਦਾ ਹੈ।
ਐਸੇ ਸਤਿਗੁਰੂ ਦੀਨ ਦਿਆਲ 8ਵੇਂ ਪਾਤਸ਼ਾਹ ਜੀ ਮਹਾਰਾਜ ਰਾਜੇ ਜੈ ਸਿੰਘ ਦੀਆਂ ਰਾਣੀਆਂ ਨੂੰ ਦਰਸ਼ਨ ਦੇਣ ਲਈ ਤਿਆਰ ਹੋ ਪਏ ਹਨ। ਪਏ ਤਿਆਰ ਚਲ ਬੇ ਕਹ ਸਾਥ। ਜਦੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਰਾਜੇ ਦੇ ਨਾਲ ਜਾਣ ਲਈ ਤਿਆਰ ਹੋਏ, ਦੇਖਤ ਹਰਿ ਕਿਉ ਜੈ ਪੁਰਨਾਥ। ਜੈ ਸਿੰਘ ਬੜਾ ਖੁਸ਼ ਹੋਇਆ ਵੀ ਬੜੀ ਕਿਰਪਾ ਕਰ ਰਹੇ ਨੇ ਗਰੀਬ ਦੇ ਉੱਤੇ, ਅੱਜ ਮੇਰੀਆਂ ਰਾਣੀਆਂ ਨੂੰ ਵੀ ਦਰਸ਼ਨ ਦੇਣਗੇ। ਸਭ ਸੇਵਕ ਤਹ ਬਰਜਨ ਕਰੇ। ਆਪਣੇ ਨੌਕਰਾਂ ਚਾਕਰਾਂ ਨੂੰ ਉੱਥੇ ਰੋਕ ਦਿੱਤਾ ਹੈ। ਸਾਥ ਨ ਚਲਹੁ ਰਹੋ ਇਤ ਥਰੇ। ਆਪਣੇ ਨੌਕਰਾਂ ਨੂੰ ਰਾਜੇ ਨੇ ਕਿਹਾ ਇੱਥੇ ਖੜੇ ਰਹੋ ਤੁਸੀਂ। ਆਪ ਗਰੀਬ ਨਿਵਾਜ ਸਧਾਰੇ। ਤੇ ਗਰੀਬ ਨਵਾਜ ਆਪ ਸਤਿਗੁਰੂ ਰਾਜੇ ਦੇ ਨਾਲ ਚੱਲ ਪਏ ਹਨ। ਤਿਸ ਮੂਰਤ ਪਰ ਕਵ ਬਲਿਹਾਰੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਸ ਸੋਹਣੇ ਸਰੂਪ ਤੋਂ ਬਲਿਹਾਰ ਜਾਵਾਂ। ਰਾਜੇ ਦੇ ਮਹਿਲਾਂ 'ਚ ਬੜੇ ਹਨ, ਬੜਾ ਸੁੰਦਰ ਮਹਿਲ ਰਾਜੇ ਦਾ, ਬੜੇ ਫੁੱਲਾਂ ਦੇ ਹਾਰ ਲਾਏ ਹੋਏ, ਗੇਟ ਸਜਾਏ ਹੋਏ, ਨੌਕਰ ਚਾਕਰ ਫੁੱਲਾਂ ਦੀ ਵਰਖਾ ਕਰਦੇ ਹੈ। ਤੇ ਗੁਰੂ ਸਾਹਿਬ ਜੀ ਮਹਾਰਾਜ ਰਾਜੇ ਦੇ ਮਹਿਲਾਂ 'ਚ ਜਾ ਵੜਨਗੇ ਤੇ ਰਾਣੀਆਂ ਬੈਠੀਆਂ, ਬੜੇ ਹਾਰ ਸ਼ਿੰਗਾਰ ਕੀਤੇ, 9-9 ਲੱਖੇ ਹਾਰ ਪਾਏ ਹੋਏ, ਤੇ ਹਜੂਰ ਇੱਦਾਂ ਸਿਰ ਤੇ ਛੜੀ ਰੱਖਦੇ। ਇਹ ਰਾਣੀ ਨਹੀਂ, ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ, ਇਉਂ ਕਰਦੇ ਖੇਡਾਂ ਜਿਵੇਂ ਬੱਚੇ ਖੇਡਦੇ ਨਾ, ਜਾ ਕੇ ਉਸ ਰਾਣੀ ਦੇ ਸਿਰ ਤੇ ਜਿਹੜੀ ਨੌਕਰਾਣੀ ਬਣ ਕੇ, ਗੋਲੀ ਬਣ ਕੇ, ਸਾਦੇ ਜਿਹੇ ਖੱਦਰ ਦੇ ਕੱਪੜੇ ਪਾ ਕੇ ਬੈਠੀ ਸੀ, ਉਹਦੇ ਸਿਰ ਤੇ ਛੜੀ, ਇਹ ਰਾਣੀ ਹੈ। ਉਹਦੀ ਗੋਦੀ 'ਚ ਬੈਠ ਗਏ, ਰਾਣੀ ਚਰਨਾਂ ਤੇ ਟਹਿ ਪਈ। ਸੱਚੇ ਪਾਤਸ਼ਾਹ ਦਾ ਇਹ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਏ ਸਮਰਾਥ ਅਗੰਮ ਪੂਰਨ, ਮੋਹਿ ਮਾਇਆ ਧਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰ। ਸ਼ਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ ਦੇ, ਹਰ ਨਾਲ ਰੋ ਤੂੰ ਮਨ ਮੇਰੇ, ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ। ਸਾਚੇ ਸਾਹਿਬਾ ਕਿਆ ਨਹੀਂ ਕਰਤੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਤੇ ਹੈ ਸੋ ਸਦਾ ਸਿਵ ਸਲਾਹ ਤੇਰੀ। ਨਾਮ ਮਨ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਕਰ ਸ਼ਾਨ, ਸੁਖ ਮਾਨ ਆਏ ਵਸਿਆ, ਜਿਨ ਇੱਛਾ ਸਭ ਪੁਜ ਸਦਾ ਕੁਰਬਾਨ ਕੀਤਾ, ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਸੰਤ ਸਾਜਨ ਭਏ ਸਰਸੇ ਪੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ, ਕਰਮੀ ਆਪੋ ਆਪਣੀ ਕੇ ਨੇੜੇ, ਜਿਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਤਰਦਾ
ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਨਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਓੰਕਾਰ ਵਾਹਿਗੁਰੂ ਜੀ ਕੀ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਦਸਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਤਿਰੰਗਤ ਗੁਰਤੇ ਅਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਥੇ ਸਭ ਜਿਸ ਗਵਾਈ ਤੇਗ ਬਹਾਦਰ ਸਿਮਰਿਐ ਪਰ ਨੌਵੀਂ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਜੀ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਪ੍ਰਗਟਾ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਠ ਦਰਸ਼ਨ ਰਾਜੀ ਦੇ ਬੋਲੋ ਜੀ ਵਾਹਿਗੁਰੂ ਪਿਆਰੇ ਚਾਰ ਸਾਹਿਬਜ਼ਾਦੇ ਚਾਰ ਮੁਕਤੇ ਹਸੀਆਂ ਸਤੀਆਂ ਦਸੀਆਂ ਸ਼ਹੀਦਾਂ ਮਰੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਉਹਨਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਧਾਮਾਂ ਦੇ ਦਰਸ਼ਨ ਦੀਦਾਰ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਖਾਲਸੇ ਦੀ ਕਿਰਦਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਪੁਕਾਰੋ ਫਸਲ ਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ ਦੇਖ ਦੇਖ ਫਤਿਹ ਦ੍ਰਿੜ ਕੀ ਪੈਰ ਪੰਥ ਕੀ ਦੂਸਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾ ਜਿਹੜਾ ਕਾਲ ਪੁਰਖ ਅੰਤਰਜਾਮੀ ਦੇਣ ਵਾਲਿਆਂ ਕੇ ਮਾਨ ਨਿਤਾਣਿਆਂ ਕੇ ਤਾਣ ਮੋਟਿਆਂ ਕੋਟ ਨਿਆਸਿਆਂ ਕੇ ਆਸਰੇ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋੜਦੀ ਹੈ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕਰਕੇ ਸੰਤਾਂ ਦਰਸ਼ਨ ਰਾਹੇ ਬਖਸ਼ੇ ਨੇ ਸੋਦਾ ਰਹਿਰਾ ਸਾਹਿਬ ਦੇ ਪਾਠ ਕਰਵਾਉਣ ਦੇ ਕੀਰਤਨ ਗੁਰ ਇਤਿਹਾਸ ਦੀ ਕਥਾ ਵਿਚਾਰਨਾ ਸਭ ਜਾਪ ਬੜੀ ਸੁਣੀ ਬਾਣੀ ਸਤਿਸੰਗ ਸਮਾਨ ਕਰਨੀ ਬਾਣੀ ਦਾ ਭਾਵ ਆਪਣੀਆਂ ਸਾਜੀਆਂ ਨਵਾਜੀਆਂ ਸੰਤਾਂ ਦੇ ਉੱਤੇ ਛਾਣਾ ਸਾਧ ਸੰਗਤ ਦੀ ਹਾਜ਼ਰੀ ਪਹਿਲ ਫੁੱਲ ਮਾਇਆ ਭੇਟਾ ਦਾ ਸਵਾਨ ਕਰਨੀ ਕੜਾ ਪ੍ਰਸ਼ਾਦ ਦੇਗ ਆ ਜਾਏ ਆਪ ਜੀ ਨੂੰ ਭੋਗ ਲੱਗੇ ਚੀਜ਼ ਪ੍ਰਸ਼ਾਦ ਸਾਧ ਸੰਗਤ ਵਾਸਤੇ ਆਪਣੇ ਪਾਵਨ ਹੁਕਮਨਾਮੇ ਬਖਸ਼ੋ ਸਾਧ ਸੰਗਤ ਦੇ ਕਾਰਜ ਕਰਨੇ ਸਹੀ ਪਿਆਰੇ ਮੇਲ ਨੇ ਜਿਨ੍ਹਾਂ ਮੇਲਿਆਂ ਤੋਂ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਈ ਅਕਾਲ ਕੀ ਚਲਾਇਓ ਪੰਨ ਸਭ ਸਿੱਖਾਂ ਨੂੰ ਹੁਕਮ ਮਾਰਿਓ ਕੰਨ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਨੀ ਦੇ ਲੋਕਾਂ ਕੋ ਮਿਲਬੋ ਉਹ ਚਾਹੇ ਸ਼ਬਦ ਮੈਂ ਦੇ ਰਾਜ ਕਰੇਗਾ ਖਾਲਸਾ ਬਾਕੀ ਮੈਂ ਨਾਮ ਹੋਵੇ ਵਾਹ ਹੋਏ ਸਭ ਮਿਲਾਂਗੇ ਸਤਿ ਹੋਵੇ ਨਾਮ ਜਹਾਜ ਬੜੇ ਹੈ ਸਿਰੇ ਪਾਰ ਸ਼ਰਧਾ ਕਰ ਸੇਵ ਦੇ ਗੁਰਬਾਰ ਨਾਮ ਅੱਲਾ ਜਮ ਕੇ ਹਾਥ ਮੇਂ ਪਲਕੀ ਸੁਹਾਏ ਸੀਸ ਸੋ ਬੜੀ ਰਚਿਆ ਕਰੇ ਕਰਨੀ ਤਾਕਤ ਨਹੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਸਮਾਈ ਦਿਓ ਤੇ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹੀ ਮਹਲਾ ਪੰਜਵਾ ਸਾਧ ਸੰਗ ਤਰੈ ਭੈ ਸਾਗਰ ਹਰ ਹਰ ਨਾਮ ਸਿਮਰਤ ਨਾਗਰ ਸਾਧ ਸੰਗ ਤਰੈ ਭੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰ ਪੂਰੇ ਮਿਲ ਪਾਪ ਤਜਾਇਣ ਰਹਾਉ ਜੀਵਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਚ ਸੁਆਉ ਆਠ ਪਹਿਰ ਪਾਰ ਬ੍ਰਹਮ ਧਿਆਈਐ ਪੂਰਬ ਲਿਖਤ ਹੋਏ ਤਾਂ ਪਾਈਐ ਸਰਣ ਪਏ ਜਪ ਦੀਨ ਦਇਆਲਾ ਨਾਨਕ ਜਾਚੈ ਸੰਤਰ ਵਾਲਾ ਸਰਣ ਪਏ ਜਪ ਦੀਨ ਦਇਆਲਾ ਨਾਨਕ ਜਾਚੈ ਸੰਤਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਕੀ
ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਏ ਅਜ ਰਿਟੈ ਸਭ ਜਾਏ। ਤੇਗ ਬਹਾਦਰ ਸਿਮਰੈ ਘਰ ਨਿਤ ਆਵੇ ਧਾਏ। ਸਭ ਤਾਈ ਹੋਏ ਸਹਾਏ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਦ ਦਿਵਾਲੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਜਾ ਰਾਜ ਹੋ ਰਾਜ ਰਾਜ ਹੋ ਸਰਬ ਕਲਾ ਭਰਪੂਰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਬੋਲੋ ਜੀ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਅੰਮ੍ਰਿਤ ਵੇਲੇ ਤੋਂ ਲੈ ਕੇ ਅਸਲੇ ਤੱਕ ਖੁੱਲੇ ਦਰਸ਼ਨ ਜਾਰੀ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਦੇ ਪਵਿੱਤਰ ਸੁਖਾਸਨ ਕੀਤੇ। ਇਸ ਵੇਲੇ ਦੀ ਬਾਣੀ ਪੜ੍ਹੀ ਸੇਵਾ ਸੰਭਾਲ ਕਰਦਿਆਂ ਬਾਣੀ ਪੜ੍ਹਦਿਆਂ ਭੁੱਲਾਂ ਬਖਸ਼ਣੀ ਅੱਗੇ ਤੋਂ ਸਾਵਧਾਨਤਾ ਬਖਸ਼ਣੀ। ਚਾਰ ਪੈ ਦਿਨ ਆਪਦੇ ਭਾਣੇਦਰ ਸੁੱਖ ਨਾਲ ਨਿਭਿਆ। ਰਾਤਰੀ ਭਾਣੇਦਰ ਬਿਤਾਵਣੀ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ। ਅੰਮ੍ਰਿਤ ਵੇਲੇ ਸੰਭਾਲ ਬਖਸ਼ਣੀ ਗਰੀਬ ਨਵਾਜ। ਆਪ ਦੇ ਪਵਿੱਤਰ ਸੁਖਾਸਨ ਤਿਆਰ ਹਨ। ਆਪ ਦੇ ਆਸਣ ਤੇ ਬਿਰਾਜਮਾਨ ਹੋ। ਸੰਗਤਾਂ ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦਰਸ਼ਨਦਾਰੇ ਬਖਸ਼ ਕੇ ਚੰਨੀ ਲਾਉਣਾ ਜੀ। ਸਹੀ ਪਿਆਰੇ ਮਿਲ ਹੋ